ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਬਚਪਨ ਵਿੱਚ ਅਸੀਂ ਅਕਸਰ ਮਿੱਟੀ ਵਿੱਚ ਖੇਡਦੇ ਹਾਂ। ਛੋਟੇ ਛੋਟੇ ਬੱਚੇ ਕਹਿੰਦੇ ਨੇ ਮਿੱਟੀ ਵਿੱਚ ਖੇਡਣਾ ਬੜਾ ਚੰਗਾ ਹੁੰਦਾ ਹੈ। ਇੱਕ ਬੱਚਾ ਮਿੱਟੀ ਵਿੱਚ ਖੇਡਦਾ ਪਿਆ ਤੇ ਮਿੱਟੀ ਵਿੱਚ ਪੈਰ ਪਾ ਕੇ ਘਰ ਬਣਾਉਂਦਾ ਪਿਆ। ਅਸੀਂ ਸਾਰੇ ਬਣਾਉਂਦੇ ਰਹੇ ਹਾਂ। ਸੋ ਘਰ ਬਣਾਉਣ ਤੋਂ ਬਾਅਦ ਬੜਾ ਖੁਸ਼ ਹੋਇਆ ਤੇ ਫਿਰ ਜਾ ਕੇ ਆਲੇ ਦੁਆਲਿਓਂ ਫੁੱਲ ਇਕੱਠੇ ਕਰਕੇ ਲੈ ਕੇ ਆਇਆ। ਫੁੱਲਾਂ ਨਾਲ ਘਰ ਨੂੰ ਸਜਾਉਣਾ ਸ਼ੁਰੂ ਕੀਤਾ। ਥੋੜੀ ਫਾਲਤੂ ਮਿੱਟੀ ਲੱਗੀ ਤੇ ਉਹ ਫਾਲਤੂ ਮਿੱਟੀ ਹਟਾਣੀ ਸ਼ੁਰੂ ਕੀਤੀ। ਹੌਲੀ ਹੌਲੀ ਲੋਕੀ ਵੇਖ ਕੇ ਖੁਸ਼ ਹੁੰਦੇ ਨੇ ਕਿ ਨਿੱਕਾ ਜਿਹਾ ਬੱਚਾ ਆਪਣਾ ਘਰ ਬਣਾਉਂਦਾ ਪਿਆ। ਇਹਦੇ ਵਿੱਚ ਕੁਝ ਪੰਛੀ ਪਰਿੰਦੇ ਵੀ ਉੱਥੇ ਆਣ ਲੱਗ ਪਏ ਤੇ ਉਹਨੂੰ ਦੇਖ ਕੇ ਚਹਿਕਣ ਲੱਗ ਪਏ। ਬੱਚਾ ਬੜਾ ਖੁਸ਼ ਹੈ ਤੇ ਪੰਛੀਆਂ ਨੂੰ ਦੇਖਦਾ ਉਹਨਾਂ ਦੇ ਪਿੱਛੇ ਦੌੜਦਾ ਹੈ। ਅਚਾਨਕ ਉਹਦੀ ਨਜ਼ਰ ਉੱਪਰ ਜਾਂਦੀ ਹੈ ਅਸਮਾਨ ਵੱਲ। ਉੱਥੇ ਜਿਹੜੇ ਲੋਕ ਵਿਚਰ ਰਹੇ ਨੇ ਉਹਨਾਂ ਨੂੰ ਪੁੱਛਦਾ ਹੈ ਉਹ ਕੀ ਚੀਜ਼ ਹੈ। ਕਹਿੰਦੇ ਇਹ ਹੈ ਚੰਦਰਮਾ, ਇਹ ਚੰਨ ਹੈ, ਇਹ ਵੀ ਸਾਡੀ ਧਰਤੀ ਵਾਂਗਣ ਇੱਕ ਧਰਤੀ ਹੈ। ਅੱਛਾ, ਇੱਕ ਦਿਨ ਮੈਂ ਚੰਨ ਦੇ ਉੱਤੇ ਆਪਣਾ ਘਰ ਬਣਾਉਂਗਾ। ਸੀਨ ਬਦਲ ਗਿਆ। ਹੁਣ ਰਾਕਟ ਅਸਮਾਨ ਦੇ ਵਿੱਚ ਘੁੰਮ ਰਹੇ ਨੇ, ਸੈਟੇਲਾਈਟ ਧਰਤੀ ਦਾ ਚੱਕਰ ਲਗਾ ਰਹੇ ਨੇ। ਉਹ ਬੱਚਾ ਤਰੱਕੀ ਕਰ ਚੁੱਕਾ ਹੈ, ਉਹ ਬੱਚਾ ਵੱਡਾ ਹੋ ਚੁੱਕਾ ਹੈ ਔਰ ਉਸ ਦੀ ਪਹੁੰਚ ਚੰਨ ਤੱਕ ਹੋ ਚੁੱਕੀ ਹੈ, ਬਾਕੀ ਗ੍ਰਹਿਾਂ ਤੱਕ ਵੀ ਹੋ ਚੁੱਕੀ ਹੈ। ਇਹ ਕਹਾਣੀ ਹੈ ਉਸ ਬੱਚੇ ਦੀ, ਇਹ ਕਹਾਣੀ ਹੈ ਇਨਸਾਨ ਦੀ ਜੋ ਗੁਫਾਵਾਂ ਵਿੱਚ ਰਹਿੰਦਾ ਸੀ, ਅੱਜ ਉਹ ਆਕਾਸ਼ ਵਿੱਚ ਅਸਮਾਨ ਵਿੱਚ ਪਹੁੰਚ ਚੁੱਕਾ ਹੈ। ਯਾਨੀ ਕਿ ਆਦ ਮਾਨਵ ਅਨੰਤ ਦੀ ਯਾਤਰਾ ਤੇ ਨਿਕਲ ਚੁੱਕਾ ਹੈ। ਪਰ ਉਹਦੇ ਵਿੱਚੋਂ ਇੱਕ ਗਲਤੀ ਹੋ ਗਈ। ਗਲਤੀ ਇਹ ਹੋ ਗਈ ਕਿ ਉਹਨੇ ਧਰਤੀ ਵੱਲ ਧਿਆਨ ਨਹੀਂ ਦਿੱਤਾ। ਜੋ ਉਹਦਾ ਆਪਣਾ ਘਰ ਹੈ, ਜਿੱਥੋਂ ਉਹਦਾ ਜੀਵਨ ਸ਼ੁਰੂ ਹੁੰਦਾ ਹੈ, ਜਿੱਥੋਂ ਉਹਦੀ ਜੀਵਨ ਯਾਤਰਾ ਸ਼ੁਰੂ ਹੁੰਦੀ ਹੈ, ਜੀਵਨ ਦੀ ਕਹਾਣੀ ਸ਼ੁਰੂ ਹੁੰਦੀ ਹੈ, ਉਹਨੇ ਧਰਤੀ ਦਾ ਬੁਰਾ ਹਾਲ ਕਰ ਦਿੱਤਾ, ਧਰਤੀ ਨੂੰ ਵਿਗਾੜ ਕੇ ਰੱਖ ਦਿੱਤਾ। ਹੁਣ ਜੇ ਅਸੀਂ ਕਹੀਏ ਕਿ ਲੱਖਾਂ ਕਰੋੜਾਂ ਸਾਲ ਦਾ ਸਫ਼ਰ ਧਰਤੀ ਨੇ ਤੈਅ ਕੀਤਾ ਹੈ ਇਹ ਦਿਨ ਦੇਖਣ ਵਾਸਤੇ ਕਿ ਉਹਦੀ ਸਭ ਤੋਂ ਖੂਬਸੂਰਤ ਰਚਨਾ ਇਨਸਾਨ ਖੁਦ ਦੁਸ਼ਮਣ ਬਣ ਜਾਵੇ ਜੀਵਨ ਦਾ, ਦੁਸ਼ਮਣ ਬਣ ਜਾਵੇ ਧਰਤੀ ਦਾ, ਤਾਂ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਤੁਸੀਂ ਵੀ ਇਸ ਗੱਲ ਨੂੰ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ। ਇਸੇ ਗੱਲ ਕਰਕੇ ਅਸੀਂ ਸੁਚੇਤ ਹੋਣ ਵਾਸਤੇ ਅੱਜ ਦਾ ਦਿਨ 22 ਅਪ੍ਰੈਲ ਵਿਸ਼ਵ ਧਰਤ ਦਿਵਸ ਦੇ ਨਾਂ ਤੇ ਮਨਾਉਂਦੇ ਹਾਂ ਔਰ ਅਸੀਂ ਜਾਗਰੂਕ ਕਰਦੇ ਹਾਂ ਆਪਣੇ ਆਪ ਨੂੰ, ਚਰਚਾ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ। ਤਾਂ ਅੱਜ ਵੀ ਅਸੀਂ ਚਰਚਾ ਕਰਨੀ ਹੈ ਇਸ ਵਿਸ਼ੇ ਦੇ ਉੱਤੇ। ਮੇਰੇ ਨਾਲ ਮੌਜੂਦ ਨੇ ਸਟੂਡੀਓਜ਼ ਦੇ ਵਿੱਚ ਸ਼੍ਰੀ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਸਹਾਇਕ ਪ੍ਰੋਫੈਸਰ ਨੇ ਗਵਰਨਮੈਂਟ ਕਾਲਜ ਫॉर ਗਰਲਜ਼ ਲੁਧਿਆਣਾ ਤੋਂ। ਔਰ ਤੁਹਾਨੂੰ ਵੀ ਮੁਬਾਰਕਬਾਦ ਅੱਜ ਵਿਸ਼ਵ ਧਰਤ ਦਿਵਸ ਦੀ, ਕਿਉਂਕਿ ਅੱਜ ਸਾਡਾ ਘਰ ਬਣਿਆ ਹੈ। ਇਹ ਸਾਰਿਆਂ ਨੂੰ ਮੁਬਾਰਕਬਾਦ ਹੈ। ਜੇ ਅਸੀਂ ਧਰਤੀ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਉਹਨਾਂ ਦੇ ਰਹਿਣ ਲਈ ਇਹ ਧਰਤੀ ਬਹੁਤ ਹੀ ਅੱਛੀ ਹੈ। ਜੀ, ਸਾਡੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਸ਼ੁਰੂ ਤੋਂ ਇਹ ਦੱਸਣਾ ਕਿ ਅਸੀਂ ਆਪਣੀ ਧਰਤੀ ਨਾਲ, ਅਸੀਂ ਆਪਣੇ ਵਾਤਾਵਰਣ ਨਾਲ, ਕੁਦਰਤ ਨਾਲ ਜੁੜ ਕੇ ਰਹਿਣਾ ਹੈ। ਇੱਕ ਬੜਾ ਖੂਬਸੂਰਤ ਸ਼ਬਦ ਹੈ ਜੀਵਨ। ਜੀਵਨ ਸ਼ਬਦ ਦੋ ਸ਼ਬਦਾਂ ਤੋਂ ਜੁੜ ਕੇ ਬਣਦਾ ਹੈ, ਜੀਵ ਤੇ ਵਨ। ਜੀਵ ਅਸੀਂ ਸਾਰੇ, ਵਨ ਸਾਰੀ ਪ੍ਰਕਿਰਤੀ, ਧਰਤੀ, ਕੁਦਰਤ, ਨੇਚਰ। ਸੋ ਯਜੁਰਵੇਦ ਦਾ ਇੱਕ ਉਪਨਿਸ਼ਦ ਹੈ, ਈਸ਼ੋ ਉਪਨਿਸ਼ਦ। ਉਹਦੇ ਵਿੱਚ ਉਹਨਾਂ ਨੇ ਸਮਝਾਇਆ ਹੈ ਕਿ ਇਨਸਾਨ ਦੂਸਰਿਆਂ ਤੋਂ ਵੱਖਰਾ ਨਹੀਂ, ਇਸ ਕਰਕੇ ਉਹ ਦੂਸਰੇ ਜੀਵਾਂ ਉੱਤੇ ਜ਼ੁਲਮ ਨਾ ਕਰੇ, ਧਰਤੀ ਦੇ ਉੱਤੇ ਜ਼ੁਲਮ ਨਾ ਕਰੇ। ਸੋ ਇਹ ਵੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਉਹ ਸੰਦੇਸ਼ ਪਹੁੰਚਦਾ ਹੈ ਗੁਰੂ ਨਾਨਕ ਪਿਤਾ ਤੱਕ ਜਦੋਂ ਮਾਤਾ ਧਰਤ ਮਹਤ ਦੀ ਗੱਲ ਹੁੰਦੀ ਹੈ ਕਿ ਇਹ ਧਰਤੀ ਸਾਡੀ ਮਾਤਾ ਹੈ, ਪਵਨ ਗੁਰੂ ਪਾਣੀ ਪਿਤਾ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸੱਭਿਆਚਾਰ ਵਿੱਚ ਸਮਝਾਈਆਂ ਗਈਆਂ ਔਰ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਧਰਤ ਦਿਵਸ ਮਨਾ ਰਹੇ ਹਾਂ ਮਾਡਰਨ ਸਮੇਂ ਦੇ ਵਿੱਚ। ਸੋ ਇਹ ਕੀ ਸਮਝਾ ਰਿਹਾ ਹੈ ਸਾਨੂੰ? ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਇੰਡਸਟਰੀ ਨਹੀਂ ਸੀ ਜੀ, ਪਾਪੂਲੇਸ਼ਨ ਵੀ ਘੱਟ ਸੀ ਜੀ। ਜਿਸ ਤਰ੍ਹਾਂ ਤਰੱਕੀ ਹੁੰਦੀ ਗਈ, ਮਾਡਰਨਾਈਜੇਸ਼ਨ ਹੁੰਦੀ ਗਈ, ਉਦਯੋਗੀਕਰਨ ਹੁੰਦਾ ਗਿਆ, ਧਰਤੀ ਦੇ ਉੱਪਰ ਪ੍ਰਦੂਸ਼ਣਾਂ ਦਾ ਵਾਧਾ ਹੁੰਦਾ ਗਿਆ ਜੀ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ 1968-69 ਦੇ ਦੌਰਾਨ ਸਮੁੰਦਰ ਦੇ ਵਿੱਚ ਆਇਲ ਸਪਿਲੇਜ ਹੋਈ। ਜੀ। ਆਇਲ ਸਪਿਲੇਜ ਹੋਣ ਕਾਰਨ ਸਮੁੰਦਰੀ ਜੀਵ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਉਸ ਦੇ ਨਾਲ ਹਵਾ, ਪਾਣੀ ਜਿਹੜਾ ਹੈਗਾ ਪ੍ਰਭਾਵਿਤ ਹੋਇਆ ਔਰ ਉਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਫਿਰ ਇੱਕ ਸੰਸਥਾ ਬਣੀ। ਉਸ ਸੰਸਥਾ ਦੁਆਰਾ ਹਰੇਕ ਵਿਅਕਤੀ ਦਾ ਧਿਆਨ ਜਿਹੜਾ ਹੈਗਾ ਧਰਤੀ ਦੀ ਵਿਗੜ ਰਹੀ ਹਾਲਤ ਵੱਲ ਦਵਾਇਆ। ਜੀ, ਬਿਲਕੁਲ। ਔਰ ਜਦੋਂ ਇਹ ਸੰਸਥਾ 1970 ਅੱਜ ਤੋਂ 51 ਸਾਲ ਪਹਿਲਾਂ ਇਹ ਸੰਸਥਾ ਬਣੀ ਜੀ ਔਰ ਉਸ ਦੇ 10% ਪਾਪੂਲੇਸ਼ਨ ਜਿਹੜੀ ਸੀਗੀ ਇਕੱਠੀ ਹੋ ਕੇ ਸੜਕਾਂ ਦੇ ਉੱਪਰ ਉਹਨਾਂ ਨੇ ਮਾਰਚ ਕੀਤਾ ਤਾਂ ਕਿ ਲੋਕ ਅਵੇਅਰ ਹੋ ਸਕਣ। ਜੀ ਜੀ। ਅਗਰ ਅਸੀਂ ਦੇਖੀਏ ਅੱਜ ਦੀ ਡੇਟ ਦੇ ਵਿੱਚ 192-95 ਕੰਟਰੀ ਨੇ ਜਿਨ੍ਹਾਂ ਦੇ ਵਿੱਚ ਇਹ ਧਰਤੀ ਦਿਵਸ ਮਨਾਇਆ ਜਾ ਰਿਹਾ। ਜੀ ਜੀ।
ਔਰ ਹਰੇਕ ਵਿਅਕਤੀ ਨੂੰ ਅਵੇਅਰਨੈਸ ਦਿੱਤੀ ਜਾਏ। ਇਸ ਲਈ ਬੇਸਿਕ ਤੋਂ ਸਟਾਰਟ ਕੀਤੀ ਜਾਏ, ਘਰ ਤੋਂ ਸਟਾਰਟ ਕੀਤੀ ਜਾਏ, ਬੱਚਿਆਂ ਤੋਂ ਸਟਾਰਟ ਕੀਤੀ ਜਾਏ, ਔਰ ਹਰੇਕ ਵਿਅਕਤੀ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਧਰਤੀ ਨੂੰ ਜੀ ਸੁੰਦਰ ਬਣਾਉਣ ਦੇ ਵਿੱਚ ਸਹਾਇਤਾ ਕਰੇ। ਬਿਲਕੁਲ। ਸੋ ਇਹ ਤੁਸੀਂ ਕਿਹਾ ਹੈ ਕਿ ਘਰ ਤੋਂ ਸਟਾਰਟ ਕੀਤਾ ਜਾਏ, ਬੱਚਿਆਂ ਤੋਂ ਸਟਾਰਟ ਕੀਤਾ ਜਾਏ, ਔਰ ਯੂਨਾਈਟਿਡ ਨੇਸ਼ਨਸ ਵੀ ਇਹੀ ਕਹਿੰਦਾ ਹੈ ਕਿ ਅੱਜ ਦੇ ਦਿਨ ਬੱਚਿਆਂ ਕੋਲੋਂ ਕਈ ਐਸੀਆਂ ਐਕਟੀਵਿਟੀਜ਼ ਕਰਵਾਈਆਂ ਜਾਣ, ਕਈ ਐਸੀਆਂ ਖੇਡਾਂ ਕਰਵਾਈਆਂ ਜਾਣ ਕਿ ਖੇਡ ਦੇ ਵਿੱਚ ਉਹ ਇਸ ਦਾ ਮਹੱਤਵ ਸਮਝ ਸਕਣ। ਧਰਤੀ ਦੀ ਸੁੰਦਰਤਾ ਲਈ ਪਲਾਂਟੇਸ਼ਨ ਕਰਵਾਈ ਜਾਏ। ਜੀ ਠੀਕ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਜੀ ਲੈਕਚਰ, ਵੈਬੀਨਾਰ, ਕਿਉਂਕਿ ਅੱਜ ਕੱਲ ਇਕੱਠ ਨਹੀਂ ਹੈ ਤਾਂ ਵੈਬੀਨਾਰ। ਕੱਲ ਵੀ ਮੈਂ ਇੱਕ ਵੈਬੀਨਾਰ ਅਟੈਂਡ ਕੀਤਾ ਜਿਹੜਾ ਕਿ ਕਲਾਈਮੇਟ ਚੇਂਜ ਦੇ ਉੱਪਰ ਸੀਗਾ। ਜੀ ਅੱਜ ਕੱਲ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਬੰਦਾ ਘਰ ਬੈਠਾ ਹੀ ਜੀ ਆਪਣੇ ਵਾਤਾਵਰਣ ਦੇ ਬਾਰੇ ਸੁਚੇਤ ਹੋ ਰਿਹਾ, ਔਰ ਹਰੇਕ ਵਿਅਕਤੀ ਨੂੰ ਸੁਚੇਤ ਹੋਣਾ ਪਏਗਾ ਜੇ ਅਸੀਂ ਇਸ ਧਰਤੀ ਦੇ ਉੱਤੇ ਰਹਿਣਾ। ਜੀ ਜੇ ਅਸੀਂ ਧਰਤੀ ਨੂੰ ਸਾਫ਼ ਸੁਥਰਾ ਨਹੀਂ ਰੱਖਾਂਗੇ ਤਾਂ ਮਹਾਂਮਾਰੀਆਂ ਜਿਹੜੀਆਂ ਨੇ ਧਰਤੀ ਦੇ ਉੱਤੇ ਆਉਂਦੀਆਂ ਰਹਿਣਗੀਆਂ। ਜੀ ਠੀਕ ਹੈ। ਉਹ ਮਹਾਂਮਾਰੀਆਂ ਵੀ ਤਾਂ ਹੀ ਕੰਟਰੋਲ ਹੋਣਗੀਆਂ ਜੇ ਸਾਡਾ ਵਾਤਾਵਰਣ ਸਾਫ਼ ਸੁਥਰਾ ਹੋਵੇਗਾ। ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ। ਸੋ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਟੈਕਨੋਲੋਜੀ ਕਰਕੇ ਹੀ ਨੁਕਸਾਨ ਹੋ ਰਿਹਾ ਹੈ। ਸੋ ਐਸੀ ਟੈਕਨੋਲੋਜੀ ਜਿਹੜੀ ਕੁਦਰਤ ਦੀ ਦੋਸਤ ਹੋਵੇ, ਕੁਦਰਤ ਦਾ ਘਾਣ ਨਾ ਕਰੇ, ਦੁਸ਼ਮਣ ਨਾ ਹੋਵੇ, ਤਾਂ ਐਸੀ ਟੈਕਨੋਲੋਜੀ ਬਾਰੇ ਤੁਹਾਡਾ ਕੀ ਵਿਚਾਰ ਹੈ? ਵਿਚਾਰ ਇਹ ਹੈ ਕਿ ਟੈਕਨੋਲੋਜੀ ਅਜਿਹੀ ਹੋਣੀ ਚਾਹੀਦੀ ਹੈ ਕਿ ਉਹਦਾ ਸਾਈਡ ਇਫੈਕਟ ਨਾ ਹੋਵੇ। ਪਾਲਿਸੀਜ਼ ਜਾਂ ਸਾਡੇ ਜਿਹੜੇ ਟੈਕਨੀਕਸ ਨੇ ਉਹ ਅਜਿਹੀਆਂ ਡਿਵੈਲਪ ਹੋਣ ਜਿਹੜੀਆਂ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਨਾ ਕਰਨ। ਜੀ ਉਦਯੋਗੀਕਰਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨਾ ਸਾਡਾ ਵਾਤਾਵਰਣ ਵਿਗੜਿਆ, ਕਿਉਂਕਿ ਅਸੀਂ ਅਜਿਹੇ ਇਨਸਟਰੂਮੈਂਟ ਜਾਂ ਮਸ਼ੀਨਰੀ ਜਿਹੜੀ ਪੈਦਾ ਕੀਤੀ ਹੈ ਜਿਸ ਨੇ ਸਾਡੇ ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਜਮ੍ਹਾਂ ਕਰ ਦਿੱਤੀਆਂ ਨੇ। ਜੀ ਜੀ ਠੀਕ ਹੈ। ਬਾਲਣ ਅਸੀਂ ਵਰਤ ਰਹੇ ਹਾਂ, ਉਹਦੇ 'ਚ ਵੀ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਰਹੀ ਹੈ ਜੀ, ਜਿਹੜੀ ਕਿ ਇੱਕ ਗ੍ਰੀਨ ਹਾਊਸ ਗੈਸ ਹੈ। ਮੈਕਸਿਮਮ ਟੈਂਪਰੇਚਰ ਜਿਹੜਾ ਹੈਗਾ ਰਾਈਜ਼ ਕਰਨ ਦੇ ਵਿੱਚ ਸਹਾਇਤਾ ਕਰ ਰਹੀ ਹੈ। ਔਰ ਪਿਛਲੇ ਇਹ 2 ਦਹਾਕਿਆਂ ਦੇ ਵਿੱਚ 45% ਦੇ ਕਰੀਬ ਇਹ ਗੈਸ ਜਿਹੜੀ ਹੈ ਵੱਧ ਚੁੱਕੀ ਹੈ ਜੀ। ਔਰ ਅਨੁਮਾਨ ਲਗਾਇਆ ਜਾ ਰਿਹਾ ਕਿ 2030 ਦੇ ਵਿੱਚ ਜਿਹੜੀ ਹੈਗੀ ਹੈ ਇੰਨੀ ਜ਼ਿਆਦਾ ਹੋ ਜਾਏਗੀ ਕਿ ਟੈਂਪਰੇਚਰ ਦੇ ਵਿੱਚ 1.5 ਡਿਗਰੀ ਸੈਂਟੀਗ੍ਰੇਡ ਤੱਕ ਵਾਧਾ ਹੋ ਸਕਦਾ ਜੇ ਅਸੀਂ ਕਾਰਬਨ ਡਾਈਆਕਸਾਈਡ ਨੂੰ ਕੰਟਰੋਲ ਨਹੀਂ ਕਰਦੇ ਜੀ, ਕਿਉਂਕਿ ਇਹ ਇੱਕ ਗ੍ਰੀਨ ਹਾਊਸ ਗੈਸ ਹੈ। ਔਰ ਇਸ ਦੇ ਨਾਲ ਨਾਲ ਕਲੋਰੋਫਲੋਰੋਕਾਰਬਨ CFC ਗੈਸਸ ਨੇ ਜਿਹੜੀਆਂ ਰੈਫ੍ਰਿਜਰੇਟਰ ਦੇ ਵਿੱਚ ਵਰਤੀਆਂ ਜਾ ਰਹੀਆਂ ਨੇ, AC ਦੇ ਵਿੱਚ ਵਰਤੀਆਂ ਜਾ ਰਹੀਆਂ ਨੇ। ਠੀਕ ਹੈ। ਇਹਦੇ ਨਾਲ ਓਜ਼ੋਨ ਲੇਅਰ ਵੀ ਪ੍ਰਭਾਵਿਤ ਹੋ ਰਹੀ ਹੈ। ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਆਪਾਂ ਉਸ ਤਰ੍ਹਾਂ ਇਹਨੂੰ ਪਾਰਟਸ ਦੇ ਵਿੱਚ, ਇਹਨੂੰ ਹਿੱਸਿਆਂ 'ਚ ਵੰਡ ਕੇ ਚੱਲਦੇ ਹਾਂ। ਪਵਨ ਗੁਰੂ, ਸਭ ਤੋਂ ਪਹਿਲਾਂ ਪਵਨ ਦੀ ਗੱਲ ਤੁਸੀਂ ਦੱਸ ਰਹੇ ਹੋ, ਔਰ 2030 ਦੀ ਗੱਲ ਤੁਸੀਂ ਕੀਤੀ ਹੈ। ਔਰ ਵਿਗਿਆਨਕ ਕਹਿੰਦੇ ਨੇ ਕਿ ਜੇ ਇਹੀ ਹਾਲਾਤ ਰਹੇ ਤੇ 2030 ਵਿੱਚ ਜਦੋਂ ਅਸੀਂ ਘਰੋਂ ਬਾਹਰ ਨਿਕਲਾਂਗੇ ਤਾਂ ਸਾਨੂੰ ਆਕਸੀਜਨ ਦੀ ਕਿੱਟ ਪਾ ਕੇ ਨਿਕਲਣਾ ਪੈਣਾ, ਕਿਉਂਕਿ ਅਸੀਂ ਆਪਣੀ ਪਲਾਂਟੇਸ਼ਨ ਤਾਂ ਖਤਮ ਕਰ ਰਹੇ ਹਾਂ। ਹਾਂਜੀ। ਫੋਰੈਸਟ ਏਰੀਆ ਜਿਹੜਾ ਹੈਗਾ ਰਿਕੁਆਇਰਡ ਹੈ 1/3 ਪਾਰਟ, ਯਾਨੀ ਕਿ ਹਰੇਕ ਕੰਟਰੀ ਦਾ 33% ਪਾਰਟ ਜਿਹੜਾ ਹੈਗਾ ਫੋਰੈਸਟ ਜੰਗਲ ਦੇ ਅਧੀਨ ਹੋਣਾ ਚਾਹੀਦਾ। ਬਿਲਕੁਲ। ਅਗਰ ਪੰਜਾਬ ਦੇ ਵਿੱਚ ਦੇਖੋ 6% ਤੋਂ ਵੀ ਘੱਟ ਹੈ। ਸਾਨੂੰ ਮੈਕਸਿਮਮ ਪਲਾਂਟੇਸ਼ਨ ਕਰਨੀ ਪਏਗੀ ਤਾਂ ਹੀ ਅਸੀਂ ਸਰਵਾਈਵ ਕਰ ਸਕਦੇ ਹਾਂ। ਠੀਕ ਹੈ। ਇੱਕ ਇਸ ਤਰ੍ਹਾਂ ਦੀ PIL ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਲਗਾਈ ਗਈ ਸੀਗੀ ਜੀ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਘੱਟੋ ਘੱਟ 17% ਜੰਗਲ ਸਾਡੇ ਹੋਣੇ ਚਾਹੀਦੇ ਹੈ ਤਾਂ ਹੀ ਸਾਡਾ ਟਿਕਾਊ ਵਿਕਾਸ ਹੋ ਸਕਦਾ, ਤਾਂ ਹੀ ਅਸੀਂ ਸਰਵਾਈਵ ਕਰ ਸਕਦੇ ਹਾਂ। ਅਦਰਵਾਈਜ਼ ਸਰਵਾਈਵਲ ਜਿਹੜੀ ਹੈ ਉਹ ਧਰਤੀ ਦੇ ਉੱਪਰ ਨਹੀਂ ਹੋ ਸਕਦੀ। ਸਰ, ਜਦੋਂ ਅਸੀਂ ਕਹਿ ਰਹੇ ਹਾਂ ਕਿ ਪਾਣੀ ਤੋਂ ਪਹਿਲਾਂ ਸਾਡੀ ਹਵਾ ਜ਼ਰੂਰੀ, ਕਿਉਂਕਿ ਸਾਹ ਲੈਣਾ ਬਹੁਤ ਜ਼ਰੂਰੀ ਹੈ। ਪਾਣੀ ਕਰਕੇ ਅਸੀਂ ਥੋੜੀ ਦੇਰ ਰੁਕ ਵੀ ਸਕਦੇ ਹਾਂ, ਪਿਆਸ ਨੂੰ ਥੋੜੀ ਦੇਰ ਰੋਕ ਵੀ ਸਕਦੇ ਹਾਂ, ਪਰ ਸਾਹ ਨੂੰ ਨਹੀਂ ਰੋਕ ਸਕਦੇ। ਪਾਣੀ ਦਾ ਅਸੀਂ ਜਦੋਂ ਵਾਟਰ ਲੈਵਲ ਵੀ ਦੇਖਾਂਗੇ ਉਹਦੇ ਵਿੱਚ ਵੀ ਆਕਸੀਜਨ ਦੀ ਮਾਤਰਾ ਹੈ ਤਾਂ ਕਿ ਅਸੀਂ ਸਾਹ ਲੈ ਸਕੀਏ, ਜੀਵ ਜੰਤੂ ਸਾਹ ਲੈ ਸਕਣ। ਹੁਣ ਜਦੋਂ ਆਪਾਂ ਹਵਾ ਦੀ ਹੀ ਗੱਲ ਕਰ ਰਹੇ ਹਾਂ ਤਾਂ ਹਵਾ ਦੇ ਵਿੱਚ ਆਕਸੀਜਨ ਘਟ ਜਾਏਗੀ ਤੇ ਅਸੀਂ ਸਾਹ ਨਹੀਂ ਲੈ ਸਕਾਂਗੇ। ਐਸੀ ਸਥਿਤੀ ਪੈਦਾ ਹੋਣੀ ਹੈ। ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਏਗੀ ਤਾਂ ਸਫੋਕੇਸ਼ਨ, ਜਿਸ ਤਰ੍ਹਾਂ ਅਸੀਂ ਕਈ ਵਾਰੀ ਦੇਖਿਆ ਚੌਂਕ ਦੇ ਵਿੱਚ ਅਗਰ ਤੁਸੀਂ ਖੜ ਜਾਓ ਜੀ, ਰੈੱਡ ਲਾਈਟ ਹੋਈ ਹੈ, ਕਿਉਂਕਿ ਉੱਥੇ ਤੁਹਾਨੂੰ ਮੈਕਸਿਮਮ ਟ੍ਰੈਫਿਕ ਮਿਲਦੀ ਹੈ ਔਰ ਹਰੇਕ ਵਿਅਕਤੀ ਨੇ ਆਪਣੀ ਗੱਡੀ ਚਾਲੂ ਰੱਖੀ ਹੁੰਦੀ ਹੈ, ਜਦ ਕਿ ਲਾਈਟ ਦੇ ਉੱਤੇ ਆਪਣੀ ਗੱਡੀ ਬੰਦ ਕਰ ਦੇਣੀ ਚਾਹੀਦੀ ਹੈ, ਪਰ ਉਹ ਗੱਡੀ ਚਾਲੂ ਰੱਖਦੇ ਆ, ਉੱਥੇ ਕਾਰਬਨ ਮੋਨੋਆਕਸਾਈਡ ਵੱਧ ਜਾਂਦੀ ਹੈ ਜਾਂ ਹੋਰ ਨਾਈਟਰਸ ਗੈਸਾਂ ਵਧਣ ਕਾਰਨ ਸਫੋਕੇਸ਼ਨ ਵਰਗਾ ਜਿਹੜਾ ਹੈਗਾ
ਮਾਹੌਲ ਬਣ ਜਾਂਦਾ। ਔਰ ਕਹਿੰਦੇ ਨੇ ਕਿ ਸੜਕਾਂ ਦੇ ਕਿਨਾਰੇ ਐਸੇ ਦਰਖਤ ਐਸੇ ਪੌਦੇ ਲਗਾਏ ਗਏ ਨੇ ਜਿਹੜੇ ਕਾਰਬਨ ਮੋਨੋਆਕਸਾਈਡ ਨੂੰ ਖਾ ਜਾਂਦੇ ਨੇ। ਕਾਰਬਨ ਮੋਨੋਆਕਸਾਈਡ ਜਾਂ ਨਾਈਟਰਸ ਗੈਸਸ ਨੂੰ ਅਬਜ਼ੌਰਬ ਕਰਨ ਵਾਲੇ ਜਿਹੜੇ ਜ਼ਿਆਦਾ ਵੱਡੇ ਪੱਤਿਆਂ ਵਾਲੇ ਨੇ ਉਹ ਅਬਜ਼ੌਰਬ ਕਰਦੇ ਆ। ਠੀਕ ਹੈ, ਉਸ ਤਰ੍ਹਾਂ ਦੇ ਪਲਾਂਟ ਜਿਹੜੇ ਹੈਗੇ ਲਗਾਏ ਜਾਣੇ ਚਾਹੀਦੇ ਆ। ਪਰ ਜਿਹੜੀ ਪਾਲਿਸੀ ਅਸੀਂ ਦੇਖਦੇ ਹਾਂ, ਠੀਕ ਹੈ, ਪਾਲਿਸੀ ਬਣ ਗਈ, ਪਲਾਂਟੇਸ਼ਨ ਉਸ ਦੇ ਅਕੋਰਡਿੰਗ ਸਾਡੀ ਹੋਣੀ ਚਾਹੀਦੀ ਹੈ। ਤੇ ਹੁਣ ਅਸੀਂ ਦੂਸਰਾ ਐਸਪੈਕਟ ਲੈਂਦੇ ਹਾਂ, ਜਦੋਂ ਅਸੀਂ ਪਾਣੀ ਪੀਤਾ ਤਾਂ ਪਾਣੀ ਦੀ ਹੁਣ ਗੱਲ ਸਾਨੂੰ ਸਮਝਾਓ ਕਿ ਜੋ ਪੀਣ ਯੋਗ ਪਾਣੀ ਹੈ ਉਹ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਪਾਣੀ ਸ਼ਹਿਰ ਦੇ ਵਿੱਚੋਂ ਨਿਕਲਣ ਕਰਕੇ ਲੋਕ ਕਾਫੀ ਜ਼ਿਆਦਾ ਉੱਥੇ ਰਹਿ ਰਹੇ ਨੇ। ਹਾਂ, ਉਹਨਾਂ ਨੂੰ ਸਮੈਲ ਆ ਰਹੀ ਹੈ, ਪਰ ਉਹ ਹੁਣ ਯੂਜ਼ ਟੂ ਹੋ ਗਏ। ਬਿਮਾਰੀਆਂ ਵੀ ਤਾਂ ਹੋਣਗੀਆਂ, ਬਿਮਾਰੀਆਂ ਹੋ ਗਈਆਂ। ਸਾਫ਼ ਹਵਾ ਨਹੀਂ, ਸਾਹ ਲੈਣ ਵਾਸਤੇ। ਅਗਰ ਕੋਈ ਵਿਅਕਤੀ ਬੁੱਢੇ ਨਾਲੇ ਦੇ ਵਿੱਚ ਅਗਰ ਹੱਥ ਪਾ ਕੇ ਬਾਹਰ ਕੱਢ ਲੇ, ਹੋ ਸਕਦਾ ਉਹਨੂੰ ਸਕਿਨ ਡਿਜ਼ੀਜ਼ ਹੋ ਜਾਏ। ਮਾਈ ਗॉड, ਕਿਉਂਕਿ ਅਸੀਂ ਇੰਡਸਟਰੀ ਦਾ ਇੰਨਾ ਗੰਦਾ ਪਾਣੀ ਜਿਹੜਾ ਕਿ ਬਿਨਾਂ ਟਰੀਟ ਕੀਤੇ ਬੁੱਢੇ ਨਾਲੇ ਦੇ ਵਿੱਚ ਸੁੱਟ ਦਿੱਤਾ। ਇੰਡਸਟਰੀ ਦੇ ਨਾਲ ਨਾਲ ਸੀਵੇਜ ਵਾਟਰ ਉਹ ਵੀ ਸਾਰਾ ਬੁੱਢੇ ਨਾਲੇ ਦੇ ਵਿੱਚ ਜਾਣ ਕਰਕੇ ਇੰਨਾ ਜ਼ਿਆਦਾ ਪੋਲੂਸ਼ਨ ਹੋ ਗਿਆ। ਔਰ ਇਹ ਪੋਲੂਸ਼ਨ ਸਤਲੁਜ ਨੂੰ ਪੋਲੂਟ ਕਰ ਰਿਹਾ। ਔਰ ਇਸ ਦਾ ਅੱਗੇ ਤੁਸੀਂ ਹਰੀਕੇ ਪੱਤਨ ਚਲੇ ਜਾਓ ਜੀ ਤਾਂ ਉੱਥੇ ਵੀ ਪਾਣੀ ਦਾ ਤੁਹਾਨੂੰ ਰੰਗ ਕਾਲਾ ਨਜ਼ਰ ਆਏਗਾ ਜੀ। ਚਾਹੇ ਉਹਦੇ ਵਿੱਚ ਬਿਆਸ ਦਾ ਪਾਣੀ ਆ ਕੇ ਵਿੱਚ ਮਿਲ ਰਿਹਾ ਹੈ, ਪਰ ਫਿਰ ਵੀ ਪਾਣੀ ਦੀ ਕੁਆਲਿਟੀ ਇੰਨੀ ਜ਼ਿਆਦਾ ਡੀਗ੍ਰੇਡ ਹੋ ਚੁੱਕੀ ਹੈ ਕਿ ਉਹ ਯੂਜ਼ ਕਰਨ ਦੇ ਲਾਇਕ ਨਹੀਂ ਹੈ। ਪਰ ਕਈ ਲੋਕ ਜਿਹੜੇ ਨੇ ਉਸ ਪਾਣੀ ਦੀ ਪੀਣ ਲਈ ਵਰਤੋਂ ਕਰ ਰਹੇ ਨੇ। ਉਹ ਕਾਰਨ ਇਹੀ ਹੈ ਕੈਂਸਰ। ਠੀਕ ਹੈ, ਜਦੋਂ ਅਸੀਂ ਪਾਣੀ ਪੋਲੂਟਡ ਯੂਜ਼ ਕਰਾਂਗੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋਣਗੀਆਂ। ਜੀ ਜੀ ਜੀ। ਔਰ ਜ਼ਰੂਰਤ ਤੋਂ ਜ਼ਿਆਦਾ ਅਸੀਂ ਪੈਸਟੀਸਾਈਡ ਜਾਂ ਹੋਰ ਕੈਮੀਕਲ ਯੂਜ਼ ਕੀਤੇ ਹੈ, ਉਹਨਾਂ ਦੀ ਵੇਸਟ ਵੀ ਸਾਰੀ ਪਾਣੀ ਦੇ ਵਿੱਚ ਅੰਡਰਗਰਾਉਂਡ ਡਿਸਚਾਰਜ ਹੋ ਰਹੀ ਹੈ। ਹਾਂ, ਉਹ ਵੀ ਪਾਣੀ ਦੇ ਵਿੱਚ ਸ਼ਾਮਿਲ ਹੋ ਰਿਹਾ ਔਰ ਪੀਣ ਵਾਲਾ ਪਾਣੀ ਵੀ ਕੰਟੈਮੀਨੇਟ ਹੋ ਰਿਹਾ ਜੀ। ਔਰ ਪੀਣ ਵਾਲਾ ਪਾਣੀ ਅਗਰ ਤੁਸੀਂ ਸਹੀ ਤਰੀਕੇ ਨਾਲ ਦੇਖੋ, ਲੁਧਿਆਣੇ ਦੇ ਵਿੱਚ 450 ਫੁੱਟ ਤੋਂ 500 ਫੁੱਟ ਤੇ ਡੈਪਥ ਤੇ ਜਾ ਕੇ ਮਿਲਦਾ ਹੁਣ, ਜਿਹੜਾ ਕਿ ਅੱਗੇ 60 ਤੋਂ 70 ਫੁੱਟ ਪਾਣੀ ਪੀਣ ਵਾਲਾ ਮਿਲ ਜਾਂਦਾ ਸੀ। ਸੋ ਇਹਦੇ ਕੋਈ ਟ੍ਰੀਟਮੈਂਟ ਵਾਸਤੇ ਪਲਾਂਟ ਨਹੀਂ ਹੋ ਸਕਦੇ ਕਿ ਜਿਹੜਾ ਗੰਦਗੀ ਵਾਲਾ ਪਾਣੀ ਹੈ ਉਹਨੂੰ ਸਾਫ਼ ਕਰ ਦਿੱਤਾ ਜਾਵੇ? ਟ੍ਰੀਟਮੈਂਟ ਪਲਾਂਟ ਲਗਾਏ ਗਏ ਨੇ ਜੀ, ਚੱਲ ਰਹੇ ਨੇ। ਜਾਂ ਕਈ ਵਾਰੀ ਪ੍ਰੋਬਲਮ ਆ ਜਾਏ ਤਾਂ ਪਾਣੀ ਬਾਈਪਾਸ ਵੀ ਹੋ ਜਾਂਦਾ। ਓਹੋ, ਉਹ ਦੁਬਾਰਾ ਫਿਰ ਉਸ ਨੂੰ ਬੁੱਢੇ ਨਾਲੇ ਦੇ ਵਿੱਚ ਹੀ ਸੁੱਟ ਦਿੱਤਾ ਤਾਂ ਉਹ ਕਲੀਨ ਕਰਨ ਦਾ ਤਾਂ ਫਾਇਦਾ ਨਹੀਂ ਹੈ। ਜਾਂ ਤਾਂ ਉਸ ਨੂੰ ਐਗਰੀਕਲਚਰ ਪਰਪਸ ਲਈ ਵਰਤਿਆ ਜਾਏ। ਠੀਕ ਹੈ, ਜਿਹੜਾ ਪਾਣੀ ਟਰੀਟ ਕੀਤਾ ਗਿਆ ਹੈ ਉਸ ਦੀ ਐਗਰੀਕਲਚਰ ਪਰਪਸ ਜਾਂ ਇੰਡਸਟਰੀ ਦੇ ਵਿੱਚ ਅਸੀਂ ਉਹਨੂੰ ਮਸ਼ੀਨ ਕੂਲ ਕਰਨ ਲਈ ਯੂਜ਼ ਕਰ ਸਕਦੇ ਹਾਂ। ਪੀਣ ਵਾਸਤੇ ਨਹੀਂ? ਪੀਣ ਵਾਸਤੇ ਨਹੀਂ। ਪੀਣ ਵਾਸਤੇ ਉਸ ਨੂੰ ਅੱਗੇ ਫਿਰ ਕੈਮੀਕਲ ਪ੍ਰੋਸੈਸ ਦੇਣਾ ਪਏਗਾ। ਅੱਛਾ, ਜਿਹੜਾ ਕਿ ਕਾਸਟਲੀ। ਸੋ ਅਸੀਂ ਹਵਾ ਨੂੰ ਵੀ ਖਰਾਬ ਕੀਤਾ ਹੈ, ਅਸੀਂ ਪਾਣੀ ਨੂੰ ਵੀ ਖਰਾਬ ਕਰ ਦਿੱਤਾ। ਜੀ ਜੀ। ਹੁਣ ਸਾਡੇ ਕੋਲ ਕੰਡੀਸ਼ਨ ਇਹ ਆ ਰਹੀ ਹੈ ਕਿ ਧਰਤੀ ਹੇਠਲਾ ਪਾਣੀ ਪੀਣ ਲਈ ਨਹੀਂ ਮਿਲੇਗਾ ਤਾਂ ਦਰਿਆਵਾਂ ਦੇ ਪਾਣੀ ਨੂੰ ਟਰੀਟ ਕਰਕੇ ਦੇਣਾ ਪਏਗਾ। ਉਸ ਦੇ ਲਈ ਵੀ ਕਾਸਟ ਇਫੈਕਟਿਵ ਆਏਗੀ। ਫਿਰ ਉਹਦੇ ਵਾਸਤੇ ਪੈਸਾ ਕਿੱਥੋਂ ਆਏਗਾ? ਪੈਸਾ ਜਨਰੇਟ ਕਰਨਾ ਪਏਗਾ। ਬਿਲਕੁਲ, ਫਿਰ ਤੇ ਹੋਰ ਮੁਸ਼ਕਿਲ। ਪੈਸਾ ਜਨਰੇਟ ਕਰਨ ਤੋਂ ਭਾਵ ਹੈ ਕਿ ਅਸੀਂ ਸਿਸਟਮ ਇਸ ਤਰ੍ਹਾਂ ਦਾ ਬਣਾਈਏ ਕਿ ਆਪਣੇ ਪਾਣੀ ਨੂੰ ਪੋਲੂਟ ਹੋਣ ਤੋਂ ਰੋਕੀਏ। ਦੂਸਰਾ ਕੀ ਹੈ, ਘਰਾਂ ਦੇ ਵਿੱਚ ਅਸੀਂ ਆਰਓ ਸਿਸਟਮ ਵੀ ਯੂਜ਼ ਕਰ ਰਹੇ ਹਾਂ। ਹਾਂਜੀ, ਹਰੇਕ ਘਰ ਦੇ ਵਿੱਚ ਆਰਓ ਸਿਸਟਮ ਲੱਗਿਆ ਹੋਇਆ ਜੀ ਜੀ। ਪਰ ਉਹ ਆਰਓ ਦੇ ਵਿੱਚੋਂ ਅਸੀਂ ਸਾਰੇ ਮੈਟਰ ਬਾਹਰ ਕੱਢ ਦਿੱਤੇ। ਠੀਕ ਹੈ, ਜਿਹੜੇ ਸਾਨੂੰ ਰਿਕੁਆਇਰਡ ਸੀਗੇ। ਔਰ ਜਦੋਂ ਅਸੀਂ ਸਾਰੇ ਬਾਹਰ ਕੱਢ ਦਿੱਤੇ, ਪਾਣੀ ਅਸੀਂ ਕਹਿ ਰਹੇ ਕਲੀਨ ਪੀ ਲਿਆ। ਉਸ ਤੋਂ ਬਾਅਦ ਕਿ ਜਦੋਂ ਆਰਓ ਦਾ ਪਾਣੀ ਪੀਂਦੇ ਆ ਲਗਾਤਾਰ ਪੀਣ ਤੋਂ ਬਾਅਦ ਇਹਦੇ ਨਾਲ ਹੱਡੀਆਂ ਖੁਰਦੀਆਂ ਨੇ। ਕਿਉਂਕਿ ਸਾਨੂੰ ਰਿਕੁਆਇਰਡ ਮਿਨਰਲ ਨਹੀਂ ਮਿਲ ਰਹੇ। ਜੋ ਜ਼ਰੂਰੀ ਤੱਤ ਸੀ ਉਹ ਬਾਹਰ ਕੱਢ ਦਿੱਤੇ। ਇਸ ਕਰਕੇ ਸਰੀਰ ਕਮਜ਼ੋਰ ਹੋ ਜਾਏਗਾ। ਫਿਰ ਸਾਨੂੰ ਵਿਟਾਮਿਨ ਲਓ, ਸਪਲੀਮੈਂਟ ਲੈਣੇ ਪੈਣੇ, ਦਵਾਈਆਂ ਖਾਣੀਆਂ ਪੈਣੀਆਂ। ਕਰ ਕੀ ਰਹੇ ਹਾਂ ਅਸੀਂ? ਮਤਲਬ ਸਮਝ ਨਹੀਂ ਆ ਰਹੀ, ਬਿਲਕੁਲ ਹੀ ਉਲਝੇ ਹੋਏ ਹਾਂ ਅਸੀਂ, ਕਿਉਂਕਿ ਇਹਨੂੰ ਅਸੀਂ ਛੋਟੇ ਲੈਵਲ ਤੇ ਦੇਖ ਰਹੇ ਹਾਂ, ਇੱਕ ਇਨਸਾਨ ਦੇ ਲੈਵਲ ਤੇ, ਇੱਕ ਛੋਟੇ ਜਿਹੇ ਪਰਿਵਾਰ ਦੇ ਲੈਵਲ ਤੇ। ਜੇ ਇਹਨੂੰ ਵੱਡਾ ਕਰਕੇ ਦੇਖੀਏ ਪੂਰੇ ਦੇਸ਼ ਦੇ ਲੈਵਲ ਤੇ, ਪੂਰੀ ਦੁਨੀਆ ਦੇ ਲੈਵਲ ਤੇ ਕੀ ਹਾਲਾਤ ਨੇ, ਚਾਹੇ ਹਵਾ ਨੂੰ ਦੇਖ ਲਈਏ, ਚਾਹੇ ਪਾਣੀ ਨੂੰ ਦੇਖ ਲਈਏ। ਹੁਣ ਤੀਸਰਾ ਜੋ ਐਸਪੈਕਟ ਸਾਨੂੰ ਦੱਸਿਆ ਜਾਂਦਾ, ਗੁਰੂ ਨਾਨਕ ਪਿਤਾ ਨੇ ਸਮਝਾਇਆ ਹੈ, ਮਾਤਾ ਧਰਤ ਮਹਤ। ਤਾਂ ਇਹ ਮਾਂ ਹੈ ਜਿਹੜੀ ਧਰਤੀ, ਇਹਦਾ ਕੀ ਹਾਲ ਕੀਤਾ? ਧਰਤੀ ਦਾ ਹਾਲ ਤੁਸੀਂ ਦੇਖ ਲਓ। ਠੀਕ ਹੈ, ਪਹਿਲਾਂ ਪਾਪੂਲੇਸ਼ਨ ਘੱਟ ਸੀ, ਰਿਕੁਆਇਰਮੈਂਟ ਘੱਟ ਸੀ ਜੀ। ਜਿਸ ਤਰ੍ਹਾਂ ਪਾਪੂਲੇਸ਼ਨ ਵਧੀ, ਜ਼ਰੂਰਤਾਂ ਵੱਧਦੀਆਂ ਗਈਆਂ।
ਦਰਖਤ ਕੱਟ ਦਿੱਤੇ, ਵੱਡੇ ਵੱਡੇ ਟਾਊਨ ਇੰਡਸਟਰੀ ਲਗਾਉਣ ਲਈ ਆਪਣੇ ਜੰਗਲਾਂ ਦਾ ਸਫਾਇਆ ਕਰ ਦਿੱਤਾ ਜੀ। ਠੀਕ ਹੈ, ਜਿਹੜੇ 22% ਸੀ ਉਹ 16% ਤੇ ਆ ਗਏ, ਦੁਬਾਰਾ ਲਗਾਏ ਫਿਰ ਕੱਟਤੇ। ਹੁਣ ਸਾਨੂੰ ਇਹ ਚਾਹੀਦਾ ਕਿ ਧਰਤੀ ਨੂੰ ਪ੍ਰੋਪਰ ਮੇਨਟੇਨ ਕਰਨ ਲਈ ਹਰੇਕ ਵਿਅਕਤੀ ਇੱਕ ਪਲਾਂਟ, ਘੱਟੋ ਘੱਟ ਇੱਕ ਪਲਾਂਟ ਆਪਣੇ ਲਈ ਜ਼ਰੂਰ ਲਾਏ। ਜਦ ਕਿ ਸਾਡੀ ਰਿਕੁਆਇਰਮੈਂਟ ਹੈ ਹਰੇਕ ਵਿਅਕਤੀ ਆਪਣੀ ਪੂਰੀ ਲਾਈਫ ਦੇ ਵਿੱਚ 4 ਤੋਂ 5 ਦਰਖਤਾਂ ਦੀ ਲੱਕੜ ਕੰਜ਼ਿਊਮ ਕਰਦਾ ਜੀ, ਔਰ 5 ਤੋਂ 7 ਦਰਖਤਾਂ ਦੀ ਆਕਸੀਜਨ ਉਹਨੂੰ ਚਾਹੀਦੀ ਹੈ ਜੇ ਉਹਨੇ ਸਰਵਾਈਵ ਕਰਨਾ। ਔਰ ਸਰਵਾਈਵ ਤਾਂ ਹੀ ਹੋਏਗਾ ਜੇ ਅਸੀਂ ਮੈਕਸਿਮਮ ਪਲਾਂਟੇਸ਼ਨ ਕਰਾਂਗੇ। ਕਹਿੰਦੇ ਨੇ ਕਿ ਕੁਦਰਤ ਕੋਲੋਂ ਉਨਾ ਲਵੋ ਜਿੰਨੀ ਤੁਹਾਨੂੰ ਲੋੜ ਹੈ, ਔਰ ਕੁਦਰਤ ਦਾ ਤੇ ਸਾਡਾ ਤਾਲਮੇਲ ਕਿੰਨਾ ਪਿਆਰਾ ਹੈ। ਕੋਈ ਸੰਘਰਸ਼ ਨਹੀਂ ਹੈ, ਤਾਲਮੇਲ ਹੈ। ਜਿਹੜੇ ਦਰਖਤ ਨੇ ਉਹ ਕਾਰਬਨ ਡਾਈਆਕਸਾਈਡ ਖਿੱਚ ਲੈਂਦੇ ਨੇ, ਆਕਸੀਜਨ ਛੱਡ ਦਿੰਦੇ ਨੇ। ਅਸੀਂ ਆਕਸੀਜਨ ਖਿੱਚ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡ ਦਿੰਦੇ ਹਾਂ। ਆਪਸੀ ਤਾਲਮੇਲ, ਮਤਲਬ ਸਾਡੇ ਅੱਧੇ ਫੇਫੜੇ ਜਿਹੜੇ ਨੇ ਉਹ ਦਰਖਤਾਂ ਦੇ ਉੱਤੇ ਟੰਗੇ ਹੋਏ ਨੇ, ਦਰਖਤਾਂ ਦੇ ਨਾਲ ਰਿਲੇਟਡ ਨੇ। ਸੋ ਉਹਨਾਂ ਹੀ ਅਸੀਂ ਬੁਰਾ ਹਾਲ ਕਰੀ ਜਾ ਰਹੇ ਹਾਂ, ਸਾਹ ਲੈਣਾ ਵੀ ਮੁਸ਼ਕਿਲ ਹੈ। ਸੋ ਧਰਤੀ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਜ਼ਿਆਦਾ ਪੈਸਟੀਸਾਈਡਸ ਨੇ, ਤਾਂ ਵਿਗਿਆਨਕ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ 10-20 ਸਾਲਾਂ ਦੇ ਵਿੱਚ ਕਾਫੀ ਧਰਤੀ ਐਸੀ ਹੋ ਜਾਏਗੀ ਜਿਹਦੇ ਵਿੱਚ ਅਸੀਂ ਫਸਲ ਨਹੀਂ ਬੀਜ ਸਕਦੇ, ਉਪਜਾਊ ਨਹੀਂ ਰਹੇਗੀ। ਉਪਜਾਊ ਕਿਉਂਕਿ ਉਹਨਾਂ ਦੇ ਜਿਹੜੇ ਮਿਨਰਲ ਨੇ ਧਰਤੀ ਦੇ, ਜਿਹੜੇ ਮਾਈਕਰੋ ਜਾਂ ਮਾਈਨਰ ਤੱਤ ਨੇ ਉਹ ਖਤਮ ਹੋ ਰਹੇ ਨੇ। ਅਸੀਂ ਖਾਦਾਂ ਪਾ ਕੇ ਉਸ ਨੂੰ ਖਰਾਬ ਕਰ ਦਿੱਤਾ ਜੀ। ਠੀਕ ਹੈ, ਜਿੱਥੇ ਸਾਨੂੰ 1 ਕਿਲੋ ਖਾਦ ਦੀ ਲੋੜ ਸੀ ਉੱਥੇ ਅਸੀਂ 5 ਕਿਲੋ ਖਾਦ ਪਾਤੀ। ਠੀਕ ਹੈ, 1 ਕਿਲੋ ਕੈਮੀਕਲ ਦੀ ਬਜਾਏ ਅਸੀਂ 5 ਕਿਲੋ ਕੈਮੀਕਲ ਪਾ ਰਹੇ ਹਾਂ, ਤਾਂ ਇਹਦਾ ਮਤਲਬ ਹੈ ਕਿ ਅਰਥ ਨੂੰ ਅਸੀਂ ਵਿਗਾੜ ਰਹੇ ਹਾਂ। ਦੂਸਰਾ ਕਿ ਜਿੰਨਾ ਅਸੀਂ ਰਿਸੋਰਸ ਵਰਤ ਰਹੇ ਹਾਂ ਉਸ ਤੋਂ ਜ਼ਿਆਦਾ ਵੇਸਟ ਜਨਰੇਟ ਕਰ ਰਹੇ ਹਾਂ। ਅੱਛਾ ਜੀ। ਔਰ ਵੇਸਟ ਜਿਹੜੀ ਹੈ ਉਹ ਵੀ ਅਸੀਂ ਧਰਤੀ ਦੇ ਉੱਤੇ ਸੁੱਟ ਦਿੱਤੀ। ਔਰ ਜਿਸ ਜਗ੍ਹਾ ਦੇ ਉੱਤੇ ਵੇਸਟ ਗਿਰੇਗੀ ਉਹ ਸਾਰੀ ਧਰਤੀ ਬੰਜਰ, ਬਿਲਕੁਲ ਸਹੀ, ਠੀਕ ਹੈ, ਬੈਰਨ ਬੰਜਰ ਜ਼ਮੀਨ 'ਚ ਕਨਵਰਟ ਹੋ ਜਾਏਗੀ, ਜਿੱਥੇ ਕੋਈ ਵੀ ਚੀਜ਼ ਪੈਦਾ ਨਹੀਂ ਕੀਤੀ ਜਾ ਸਕਦੀ। ਸਾਨੂੰ ਓਲਡ ਟ੍ਰੈਡੀਸ਼ਨ ਲੈਣਾ ਪਏਗਾ, ਕੈਮੀਕਲ ਛੱਡ ਕੇ ਆਰਗੈਨਿਕ ਖੇਤੀ ਕਰਨੀ ਪਏਗੀ, ਜਿਸ ਦੇ ਵਿੱਚ ਘੱਟ ਤੋਂ ਘੱਟ ਖਾਦਾਂ ਦੀ ਵਰਤੋਂ ਕੀਤੀ ਜਾਏ। ਠੀਕ ਹੈ, ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਆਰਗੈਨਿਕ ਦੇ ਵਿੱਚ ਵਰਮੀ ਕੰਪੋਸਟ, ਗ੍ਰੀਨ ਖਾਦ, ਜਾਂ ਜਿਹੜੇ ਸਾਡੀ ਖੇਤੀਬਾੜੀ ਦੀ ਰਹਿੰਦ ਖੂੰਹਦ ਹੈ, ਜਲਾਉਣ ਦੀ ਬਜਾਏ ਇਸ ਤੋਂ ਅਸੀਂ ਖਾਦ ਤਿਆਰ ਕਰ ਦਈਏ, ਇਸ ਨੂੰ ਜ਼ਮੀਨ ਦੇ ਵਿੱਚ ਵਾਹ ਦਈਏ। ਪਰ ਕਾਸਟ ਇਫੈਕਟਿਵ ਹੈ, ਟਾਈਮ ਇਫੈਕਟਿਵ ਹੈ। ਕਿਸਾਨ ਕਹਿੰਦਾ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਉਹ ਦੂਸਰੀ ਫਸਲ ਜਲਦੀ ਤੋਂ ਜਲਦੀ ਲਾਉਣਾ ਚਾਹੁੰਦਾ ਜੀ। ਇਹ ਕਾਰਨ ਵੀ ਇਹ ਜਿਹੜਾ ਸਾਡਾ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਜਾ ਰਿਹਾ ਜੀ। ਮਤਲਬ ਇਹ ਹੈ ਕਿ ਵਿਕਾਸ ਕਰਨਾ ਜ਼ਰੂਰੀ ਹੈ, ਪਰ ਧਰਤੀ ਦਾ, ਵਾਤਾਵਰਣ ਦਾ ਬੁਰਾ ਹਾਲ ਨਹੀਂ ਕਰਨਾ, ਪਾਣੀ ਦਾ, ਧਰਤੀ ਦਾ ਤੇ ਹਵਾ ਦਾ ਬੁਰਾ ਹਾਲ ਨਹੀਂ ਕਰਨਾ। ਇਹ ਸੋਝੀ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ। ਸੋ ਇੱਕ ਸ਼ਬਦ ਨਾਲ ਜੁੜਦੇ ਹਾਂ, ਸ਼ਬਦ ਸ਼ਰਵਣ ਕਰਦੇ ਹਾਂ, ਸੋਝੀ ਲੈਂਦੇ ਹਾਂ, ਉਸ ਤੋਂ ਬਾਅਦ ਆਪਣੀ ਚਰਚਾ ਨੂੰ ਅੱਗੇ ਵਧਾਵਾਂਗੇ। पवन गुरु पानी पिता माता तरत महत। पवन गुरु पानी पिता माता तरत महत। दिवस रात दोए दाई दाया खेल सगल जगत। खेल सगल जगत। पवन गुरु पानी पिता माता तरत महत। चंगे आया बुरे आया वाचे तरम हदूर। चंगे आया बुरे आया वाचे तरम हदूर। कर्मी आप अपनी के
माता तरत महत। जिन्नी नाम ते आया गए मसक्कत काल, नानक ते मुख उजले खेती छुट्टी नाल। जिन्नी नाम ते आया गए मसक्कत काल, नानक ते मुख उजले केती छुट्टी नाल। पवन गुरु पाणी पिता माता तरत महत। पवन गुरु पाणी पिता माता तरत महत। माता तरत दिवस रात दोए दाई गाया, दिवस रात दोए दाई गाया। खेले सगल जगत, सगल जग। खेले सगल जगत। पवन गुरु पवन गुरु पाणी पिता माता। ਜਦੋਂ ਅਸੀਂ ਅਰਦਾਸ ਕਰਦੇ ਹਾਂ ਉਦੋਂ ਜ਼ਮੀਨ ਦੇ ਉੱਤੇ ਹੀ ਮੱਥਾ ਟੇਕਦੇ ਹਾਂ, ਧਰਤੀ ਦੇ ਉੱਤੇ ਮੱਥਾ ਟੇਕਦੇ ਹਾਂ। ਜਦੋਂ ਕੋਈ ਕਲਾਕਾਰ ਸਟੇਜ ਦੇ ਉੱਤੇ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਉਸ ਤੋਂ ਪਹਿਲਾਂ ਧਰਤੀ ਤੇ ਹੀ ਮੱਥਾ ਟੇਕਦਾ ਹੈ। ਜਦੋਂ ਕੋਈ ਖਿਡਾਰੀ ਖੇਡ ਦੇ ਮੈਦਾਨ 'ਚ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਉਸ ਤੋਂ ਪਹਿਲਾਂ ਧਰਤੀ ਤੇ ਹੀ ਮੱਥਾ ਟੇਕਦਾ ਹੈ। ਯਾਨੀ ਕਿ ਧਰਤੀ ਦੀ ਇਹ ਮਹੱਤਤਾ ਹੈ ਸਾਡੇ ਜੀਵਨ ਦੇ ਵਿੱਚ ਔਰ ਇਸ ਮਹੱਤਤਾ ਨੂੰ ਅਸੀਂ ਜਾਣ ਰਹੇ ਹਾਂ ਅੱਜ ਵਿਸ਼ਵ ਧਰਤ ਦਿਵਸ ਦੇ ਮੌਕੇ ਤੇ। ਔਰ ਸਾਨੂੰ ਸੇਧ ਦੇ ਰਹੇ ਨੇ ਸ਼੍ਰੀ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਗਵਰਨਮੈਂਟ ਕਾਲਜ ਜੋ ਲੜਕੀਆਂ ਦਾ ਹੈ ਲੁਧਿਆਣੇ ਤੋਂ। ਅਸੀਂ ਪੂਰੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਇਨਸਾਨ ਕੀ ਕਰ ਰਿਹਾ ਹੈ, ਕੀ ਗਲਤੀਆਂ ਕਰ ਰਿਹਾ ਹੈ ਔਰ ਆਉਣ ਵਾਲੇ ਭਵਿੱਖ ਦੇ ਉੱਤੇ ਉਹਦਾ ਕੀ ਮਾੜਾ ਅਸਰ ਹੋਣ ਜਾ ਰਿਹਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਇਹਨਾਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਭਵਿੱਖ ਸੁਨਹਿਰਾ ਹੋਵੇ ਆਉਣ ਵਾਲੀ ਪੀੜ੍ਹੀ ਵਾਸਤੇ। ਸੋ ਵਿਸ਼ਵ ਧਰਤ ਦਿਵਸ ਜੋ ਅਸੀਂ ਮਾਡਰਨ ਸਮੇਂ ਦੇ ਵਿੱਚ ਮਨਾ ਰਹੇ ਹਾਂ ਇਹ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਕੀ ਉਪਰਾਲੇ ਹੋ ਰਹੇ ਨੇ? ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਿਛਲੇ ਹਰੇਕ ਸਾਲ ਦੇ ਵਿੱਚ ਨਵੇਂ-ਨਵੇਂ ਟੌਪਿਕ ਲੈ ਕੇ ਜੀ ਧਰਤ ਦਿਵਸ ਨੂੰ ਮਨਾਇਆ ਜਾ ਰਿਹਾ ਹੈ। ਜੀ ਜੇ ਅਸੀਂ ਪਿਛਲੇ 2-3 ਸਾਲਾਂ ਦੀ ਵੀ ਗੱਲ ਕਰੀਏ, ਜੀ ਠੀਕ ਹੈ, ਜਿਸ ਤਰ੍ਹਾਂ 2016 ਦੇ ਵਿੱਚ ਟਰੀ ਫॉर ਅਰਥ ਥੀਮ ਦੇ ਉੱਪਰ ਕੰਮ ਕੀਤਾ ਗਿਆ, ਮਤਲਬ ਦਰਖਤ ਬੀਜੋ। ਔਰ ਇੰਡੀਆ ਦੇ ਵਿੱਚ ਵੀ ਤਕਰੀਬਨ 36 ਲੱਖ ਦੇ ਕਰੀਬ ਦਰਖਤ ਲਗਾਏ ਗਏ ਜੀ ਜਿਹੜੇ ਕਿ ਬੱਚਿਆਂ ਵੱਲੋਂ। ਔਰ ਵਰਲਡ ਲੈਵਲ ਦੇ ਵਿੱਚ ਤਕਰੀਬਨ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਧਰਤੀ ਦੇ ਉੱਪਰ ਪਲਾਂਟੇਸ਼ਨ ਕਰਨ ਦਾ ਪ੍ਰਣ ਲਿਆ। ਔਰ ਉਸ ਦਿਨ ਰੈਲੀਜ਼ ਕੀਤੀਆਂ ਗਈਆਂ, ਜੀ ਸੈਮੀਨਾਰ ਕਰਵਾਏ ਗਏ ਜੀ ਤਾਂ ਕਿ ਮੈਕਸਿਮਮ ਲੋਕ ਜਿਹੜੇ ਨੇ ਇਸ ਦੇ ਬਾਰੇ ਜਾਣ ਜਾਣਕਾਰ ਹੋਣ। ਜੀ ਫਿਰ ਅਗਲਾ ਜਿਹੜਾ ਸੀਗਾ 2017 ਦੇ ਵਿੱਚ ਅਰਥ ਨੈਟਵਰਕ ਡਿਵੈਲਪਮੈਂਟ ਦੇ ਉੱਪਰ ਸੀਗਾ। ਜੀ ਉਸ ਦੇ ਵਿੱਚ ਧਰਤੀ ਨੂੰ ਅਸੀਂ ਕਿਸ ਤਰ੍ਹਾਂ ਡਿਵੈਲਪ ਕਰਨਾ ਹੈ ਤਾਂ ਕਿ ਹਰੇਕ ਵਿਅਕਤੀ ਉਸ ਦੇ ਉੱਪਰ ਰਹਿ ਸਕੇ। ਉਸ ਦੀਆਂ ਬੇਸਿਕ ਨੀਡ ਕੀ ਨੇ, ਕੁਦਰਤੀ ਸਰੋਤ ਨੂੰ ਅਸੀਂ ਕਿਸ ਤਰ੍ਹਾਂ ਵਰਤਣਾ ਹੈ ਜੀ ਤਾਂ ਕਿ ਉਹ ਜ਼ਿਆਦਾ ਲੰਬੇ ਸਮੇਂ ਤੱਕ ਸਾਨੂੰ ਮਿਲਦੇ ਰਹਿ ਸਕਣ। ਜੀ ਜੀ ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪੈਟਰੋਲੀਅਮ ਪ੍ਰੋਡਕਟ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਫੋਸਲ ਫਿਊਲ ਕਹਿੰਦੇ ਆ, ਇਹ ਵੀ ਇੱਕ ਜੀਵਤ ਪ੍ਰਾਣੀਆਂ ਤੋਂ ਹੀ ਡਿਵੈਲਪ ਹੋਏ ਨੇ ਪਰ ਇਹਨਾਂ ਨੂੰ ਬਣਨ ਲਈ ਹਜ਼ਾਰਾਂ ਸਾਲ ਲੱਗ ਗਏ। ਬਿਲਕੁਲ ਸਹੀ। ਠੀਕ ਹੈ, ਜਿਹੜਾ ਕੋਲਾ ਹੈਗਾ ਇਹ ਪੁਰਾਣੇ ਅਵਸ਼ੇਸ਼ ਜਿਹੜੇ ਸੀਗੇ ਦਰਖਤਾਂ ਦੇ, ਜਾਨਵਰਾਂ ਦੇ ਧਰਤੀ ਦੇ ਵਿੱਚ ਦੱਬੇ, ਧਰਤੀ ਦੀਆਂ ਅੰਦਰੂਨੀ ਕਿਰਿਆਵਾਂ ਦੇ ਕਾਰਨ ਪੈਟਰੋਲੀਅਮ ਤੇ ਕੋਲਾ ਬਣੇ। ਜੀ ਪਰ ਉਸ ਨੂੰ ਅਸੀਂ ਹੁਣ ਬਿਨਾਂ ਬੇਰੋਕ ਟੋਕ ਜ਼ਰੂਰਤ ਤੋਂ ਜ਼ਿਆਦਾ ਉਸ ਦੀ ਵਰਤੋਂ ਕਰ ਰਹੇ ਹਾਂ, ਅੰਨੇਵਾਹ ਕਰ ਰਹੇ ਹਾਂ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੈਟਰੋਲ ਜਿਹੜਾ ਹੈਗਾ 20 ਤੋਂ 25 ਸਾਲ ਬਾਅਦ ਸਾਨੂੰ ਮਿਲੇਗਾ ਨਹੀਂ। ਕਾਰਨ ਕੀ ਹੈ? ਅਸੀਂ ਵਰਤੀ ਜਾ ਰਹੇ, ਸਾਡਾ ਕੰਟਰੋਲ ਨਹੀਂ ਹੈ। ਫਿਰ ਸਾਨੂੰ ਊਰਜਾ ਦੇ ਹੋਰ ਨਵੇਂ ਸਾਧਨ, ਨਵੀਂ ਟੈਕਨੋਲੋਜੀ ਲਿਆਣੀ ਪਏਗੀ। ਔਰ ਇਸੇ ਲਈ
ਸਰਕਾਰਾਂ ਕੀ ਕਰ ਰਹੀਆਂ ਨੇ ਹੁਣ 80 ਸਾਲ 100 ਸਾਲ ਬਾਅਦ ਖਤਮ ਹੋ ਜਾਏਗਾ ਕਿਉਂਕਿ ਹਰੇਕ ਥਰਮਲ ਪਲਾਂਟ ਜਾਂ ਇੰਡਸਟਰੀ ਦੇ ਵਿੱਚ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ। ਮਤਲਬ ਇਹ ਹੈ ਕਿ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ ਔਰ ਅਸੀਂ ਇਹ ਦੇਖਦੇ ਹਾਂ ਪ੍ਰੋਫੈਸਰ ਸਾਹਿਬ ਕਿ ਇੰਡਸਟਰੀ ਦੇ ਚੱਕਰ ਦੇ ਵਿੱਚ ਅਸੀਂ ਖੂਬ ਘਾਣ ਕੀਤਾ ਹੈ ਆਪਣੀ ਧਰਤੀ ਦਾ। ਅੱਜ ਕੱਲ੍ਹ ਪਤਾ ਕੀ ਸੋਚ ਹੈ, ਵੱਧ ਤੋਂ ਵੱਧ ਵਰਤੋ, ਵੱਧ ਤੋਂ ਵੱਧ ਖਰੀਦੋ, ਵੱਧ ਤੋਂ ਵੱਧ ਖਰੀਦ ਕੇ ਉਹਨੂੰ ਵਰਤੋ ਤੇ ਸੁੱਟ ਦਿਓ, ਯੂਜ਼ ਐਂਡ ਥਰੋ। ਯੂਜ਼ ਐਂਡ ਥਰੋ ਵਾਲਾ ਮੈਥਡ ਇਸ ਦਾ ਮੇਨ ਕਾਰਨ ਇੱਕ ਹੋਰ ਤੁਸੀਂ ਦੇਖਿਆ ਹੋਵੇਗਾ, ਠੀਕ ਹੈ, ਜਿੰਨੇ ਵੀ ਮਾਲਸ ਨੇ ਹਾਂਜੀ ਉਹਨਾਂ ਦੇ ਵਿੱਚ ਸਕੀਮ ਲਗਾ ਦਿੱਤੀ ਜਾਂਦੀ ਹੈ ਆਪਣਾ ਪ੍ਰੋਡਕਟ ਸੇਲ ਕਰਨ ਲਈ, ਹਾਂਜੀ ਠੀਕ ਹੈ, ਇੱਕ ਦੇ ਨਾਲ ਇੱਕ ਫ੍ਰੀ, ਦੋ ਦੇ ਨਾਲ ਇੱਕ ਫ੍ਰੀ, ਠੀਕ ਹੈ, ਵਰਤੋਂ ਇੱਕ ਦੋ ਫ੍ਰੀ, ਦੋ ਫ੍ਰੀ। ਉਹ ਦੂਜੀਆਂ ਜਿਹੜੀਆਂ ਫ੍ਰੀ ਨੇ ਉਹ ਫਿਰ ਵੇਸਟ, ਜੀ ਕਿਉਂਕਿ ਜੀ ਸਾਡੀ ਜ਼ਰੂਰਤ ਇੱਕ ਪ੍ਰੋਡਕਟ ਦੀ ਹੈ, ਅਸੀਂ ਲੈ ਕੇ 3 ਜਾ ਰਹੇ ਹਾਂ ਔਰ ਉਹ ਵਰਤੀਆਂ ਨਹੀਂ ਜਾਣੀਆਂ ਤੇ ਉਹ ਸਾਨੂੰ ਐਕਸਪਾਇਰੀ ਡੇਟ ਦੇਖ ਕੇ ਸੁੱਟਣੀਆਂ ਪੈਣੀਆਂ। ਸੁੱਟਣੀਆਂ ਪੈਣਗੀਆਂ। ਤਾਂ ਹੀ ਗੁਰੂ ਸਾਹਿਬ ਸਮਝਾਉਂਦੇ ਨੇ ਨਾ ਕਿ ਤੁਹਾਡੀ ਜੀਵਨ ਸ਼ੈਲੀ ਸਧਾਰਨ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ ਜ਼ਰੂਰਤ ਦੇ ਅਨੁਸਾਰ ਅਸੀਂ ਪ੍ਰੋਡਕਟ ਪਰਚੇਜ ਕਰੀਏ, ਹਾਂ ਹਾਂ ਠੀਕ ਹੈ। ਇੱਕ ਤਾਂ ਕਾਸਟ ਇਫੈਕਟਿਵ, ਦੂਸਰਾ ਕੀ ਹੈ, ਰਿਸੋਰਸ ਸਾਡੇ ਜ਼ਿਆਦਾ ਲੰਬੇ ਸਮੇਂ ਤੱਕ ਚੱਲਣਗੇ। ਜੀ 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 ਜਿੰਨੇ ਅਸੀਂ ਸੰਕੋਚ ਕਰਕੇ ਵਰਤਾਂਗੇ ਉਨਾ ਜ਼ਿਆਦਾ ਲੰਬੇ ਸਮੇਂ ਤੱਕ ਸਾਨੂੰ ਉਹ ਮਿਲਦੇ ਰਹਿ ਸਕਦੇ ਆ, ਚਾਹੇ ਉਹ ਸਾਡਾ ਪਾਣੀ ਹੀ ਕਿਉਂ ਨਾ ਹੋਏ। ਬਿਲਕੁਲ ਸਹੀ ਗੱਲ ਹੈ। ਠੀਕ ਹੈ, ਪਾਣੀ ਦੀ ਵਰਤੋਂ ਵੀ ਸੰਕੋਚ ਨਾ ਕਰਨੀ ਚਾਹੀਦੀ ਹੈ। ਪਰ ਅਸੀਂ ਦੇਖਦੇ ਹਾਂ ਕਿ ਗਰਮੀਆਂ ਦਾ ਮੌਸਮ ਆਉਂਦਾ ਹੈ, ਠੀਕ ਹੈ, ਕਾਰਪੋਰੇਸ਼ਨ ਵਾਲੇ ਕਹਿੰਦੇ ਆ ਪਾਣੀ ਦੀ ਸਪਲਾਈ ਘੱਟ ਹੋ ਰਹੀ ਹੈ, ਪਰ ਜ਼ਿਆਦਾਤਰ ਲੋਕ ਕੀ ਹੈਗੇ ਆ, ਗੱਡੀਆਂ ਧੋਂਦੇ ਪਏ ਨੇ। ਗੱਡੀਆਂ ਧੋ ਰਹੇ ਨੇ, ਟੁੱਲੂ ਪੰਪ ਲਗਾਇਆ, ਗੱਡੀਆਂ ਧੋ ਰਹੇ ਨੇ, ਪਾਣੀ ਦੀ ਵੇਸਟੇਜ ਕਰ ਰਹੇ ਨੇ। ਔਰ ਸਾਡੇ ਸ਼ਾਸਤਰ ਤਾਂ ਕਹਿੰਦੇ ਨੇ ਕਿ ਜੇ ਨਦੀ ਦੇ ਕੰਢੇ ਵੀ ਬੈਠੇ ਹੋਵੋ ਤਾਂ ਵੀ ਪਾਣੀ ਨੂੰ ਵਿਅਰਥ ਨਹੀਂ ਕਰਨਾ, ਵਿਅਰਥ ਜ਼ਾਇਆ ਨਹੀਂ ਨਹੀਂ ਕਰਨਾ। ਜ਼ਾਇਆ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਉੱਤੇ ਮੰਡੀ ਹਾਵੀ ਹੈ, ਮੰਡੀ ਦੀ ਸੋਚ ਹਾਵੀ ਹੈ, ਲਾਲਚ ਹਾਵੀ ਹੈ? ਅਸੀਂ ਆਪਣੇ ਲਾਲਚ ਪਿੱਛੇ, ਆਪਣੇ ਫਾਇਦੇ ਪਿੱਛੇ ਧਰਤੀ ਦਾ ਨੁਕਸਾਨ ਕਰ ਰਹੇ ਹਾਂ। ਮਤਲਬ ਧਰਤੀ ਤੋਂ ਵਧੀਆ ਚੀਜ਼ਾਂ ਬਣਾਓ, ਹੋਰ ਬਣਾਓ ਤੇ ਉਹਨੂੰ ਸੋਨੇ 'ਚ ਬਦਲੀ ਜਾਓ, ਪਰ ਜਾਣਾ ਕਿੱਥੇ ਹੈ? ਸਾਰਾ ਸੋਨਾ ਤਾਂ ਨਹੀਂ ਅਸੀਂ ਖਾ ਲੈਣਾ, ਉਹ ਸਾਰਾ ਵੇਸਟ ਚੀਜ਼ ਹੈ, ਵੇਸਟ ਜਾ ਰਿਹਾ ਹੈ। ਠੀਕ ਹੈ, ਸਭ ਕੁਝ ਸਾਡਾ ਵੇਸਟ ਜਾ ਰਿਹਾ ਹੈ। ਇਸੇ ਕਾਰਨ ਤੁਸੀਂ ਦੇਖੋਗੇ ਕਿਸੇ ਵੀ ਸ਼ਹਿਰ ਦੇ ਬਾਹਰ ਜਾਓ, ਤੁਹਾਨੂੰ ਵੱਡੇ ਵੱਡੇ ਢੇਰ ਕੂੜੇ ਕਰਕਟ ਦੇ ਮਿਲਣਗੇ, ਬਿਲਕੁਲ ਮਿਲਣਗੇ, ਔਰ ਮੈਕਸਿਮਮ ਪਲਾਸਟਿਕ ਜਿਹੜਾ ਕਿ ਨਾਨ ਬਾਇਓਡੀਗ੍ਰੇਡੇਬਲ ਹੈ, ਬਿਲਕੁਲ ਠੀਕ ਹੈ, ਵਿਘਟਿਤ ਨਹੀਂ ਹੁੰਦਾ। ਇੱਕ ਪਲਾਸਟਿਕ ਦਾ ਲਿਫਾਫਾ ਅਗਰ ਅਸੀਂ ਜ਼ਮੀਨ ਦੇ ਵਿੱਚ ਵੀ ਦਬਾ ਦਈਏ ਤਾਂ 25 ਸਾਲ ਬਾਅਦ ਜ਼ਮੀਨ ਪੁੱਟੋਗੇ ਤਾਂ ਤੁਹਾਨੂੰ ਉਸੇ ਤਰ੍ਹਾਂ ਦਾ ਮਿਲੇਗਾ, ਕਿਉਂਕਿ ਇਸ ਦੇ ਵਿੱਚ ਕੈਮੀਕਲ ਪਏ ਹੋਏ ਹੈ ਔਰ ਇਹ ਵਿਘਟਿਤ ਨਹੀਂ ਹੁੰਦਾ। ਇਸੇ ਕਾਰਨ ਅਸੀਂ ਕਹਿੰਦੇ ਆ ਕਿ ਜਦੋਂ ਵੀ ਮਾਰਕੀਟ ਜਾਓ ਆਪਣਾ ਕੈਰੀ ਬੈਗ ਲੈ ਕੇ ਜਾਓ, ਪੋਲੀਥੀਨ ਦੀ ਡਿਮਾਂਡ ਨਾ ਕਰੋ। ਇਸੇ ਕਰਕੇ ਕਿਹਾ ਜਾ ਰਿਹਾ ਘੱਟ ਤੋਂ ਘੱਟ ਪੈਕਿੰਗ ਵਾਲੇ ਪ੍ਰੋਡਕਟ ਲਓ। ਬਿਲਕੁਲ ਸਹੀ ਹੈ, ਠੀਕ ਹੈ, ਜਿੰਨੀ ਜ਼ਿਆਦਾ ਪੈਕਿੰਗ ਹੋਏਗੀ ਉਹ ਸਾਰੀ ਵੇਸਟ ਜਾਏਗੀ। ਹੁਣ ਅਸੀਂ ਸਮਝਦਾਰ ਬਣਨਾ ਹੈ ਤਾਂ ਸਮਝਦਾਰ ਬਣਨ ਵਾਸਤੇ ਸਭ ਤੋਂ ਪਹਿਲਾਂ ਸਿੱਖਿਆ ਤੋਂ ਸ਼ੁਰੂ ਕਰਦੇ ਹਾਂ। ਤਾਂ ਸਿੱਖਿਆ ਸਭ ਤੋਂ ਪਹਿਲਾਂ ਮਾਤਾ ਪਿਤਾ ਤੋਂ, ਘਰ ਤੋਂ ਸ਼ੁਰੂ ਹੁੰਦੀ ਹੈ। ਤਾਂ ਕਿੱਦਾਂ ਸਿੱਖਿਆ ਦੇ ਵਿੱਚ ਇਸ ਚੀਜ਼ ਨੂੰ ਸ਼ਾਮਿਲ ਕੀਤਾ ਜਾਵੇ? ਸ਼ੁਰੂਆਤ ਜਿਹੜੀ ਹੈ, ਠੀਕ ਹੈ, ਆਪਣੇ ਦਿਨ ਜਦੋਂ ਚੜ੍ਹਦਾ ਉੱਥੋਂ ਹੋ ਜਾਂਦੀ ਹੈ, ਕਿਉਂਕਿ ਜਦੋਂ ਵਿਅਕਤੀ ਉੱਠਦਾ ਹੈ ਉਸਨੇ ਫਰੈਸ਼ ਹੋਣ ਲਈ ਪਾਣੀ ਦੀ ਵਰਤੋਂ ਕਰਨੀ ਹੈ। ਠੀਕ ਹੈ, ਪਾਣੀ ਦੀ ਵਰਤੋਂ ਕਰਨ ਲਈ ਕਈ ਲੋਕ ਤੁਸੀਂ ਦੇਖਿਆ ਹੋਵੇਗਾ ਬਰਸ਼ ਕਰਦੇ ਨੇ ਟੂਟੀ ਖੁੱਲੀ ਛੱਡ ਦਿੰਦੇ ਆ, ਸ਼ੇਵ ਕਰਦੇ ਨੇ ਖੁੱਲੀ ਹੈ, ਠੀਕ ਹੈ, ਜਦੋਂ ਨਹਾਣਾ ਹੁੰਦਾ ਪਾਣੀ ਚਲਾ ਜਾਣਾ। ਬਿਲਕੁਲ ਸਹੀ ਹੈ, ਠੀਕ ਹੈ, ਇਸ ਲਈ ਕੀ ਹੈਗਾ, ਜਦੋਂ ਵੀ ਤੁਸੀਂ ਬਰਸ਼ ਕਰੋ ਜਾਂ ਕੁਝ ਕਰੋ ਟੂਟੀ ਤੁਹਾਡੀ ਬੰਦ ਹੋਏ, ਠੀਕ ਹੈ, ਕੱਪ ਦੇ ਵਿੱਚ ਪਾਣੀ ਪਾ ਕੇ ਰੱਖ ਲਓ। ਠੀਕ ਹੈ, 1 ਜਾਂ 2 ਲੀਟਰ ਪਾਣੀ ਸਫੀਸ਼ੀਐਂਟ ਹੈ, ਜਦ ਕਿ ਅਸੀਂ 15 ਤੋਂ 20 ਲੀਟਰ ਪਾਣੀ ਵੇਸਟ ਚਲਾ ਜਾਂਦਾ। ਬਿਲਕੁਲ ਸਹੀ ਹੈ, ਠੀਕ ਹੈ, ਇਸੇ ਤਰ੍ਹਾਂ ਕੋਈ ਵੀ ਕੰਮ ਕਰਨਾ ਹੈ, ਠੀਕ ਹੈ, ਕੱਪੜੇ ਧੋਣ ਤੋਂ ਬਾਅਦ ਕਈ ਵਾਰੀ ਗ੍ਰੇ ਪਾਣੀ ਹੁੰਦਾ, ਠੀਕ ਹੈ, ਉਸ ਪਾਣੀ ਨੂੰ ਅਸੀਂ ਫਰਸ਼ ਧੋਣ ਲਈ ਯੂਜ਼ ਕਰ ਸਕਦੇ ਹਾਂ। ਬਿਲਕੁਲ ਸਹੀ ਹੈ, ਠੀਕ ਹੈ, ਆਰਓ ਦੇ ਵਿੱਚ, ਠੀਕ ਹੈ, ਪਾਣੀ ਜਿਹੜਾ ਅਸੀਂ ਪੀਣ ਲਈ ਕੱਢ ਰਹੇ ਹਾਂ 1 ਲੀਟਰ, ਵੇਸਟ ਕਰ ਰਹੇ ਹਾਂ 10 ਲੀਟਰ। ਬਿਲਕੁਲ ਸਹੀ ਹੈ, ਠੀਕ ਹੈ, ਉਹ ਜਿਹੜਾ 10 ਲੀਟਰ ਪਾਣੀ ਹੈ ਉਸ ਨੂੰ ਤੁਸੀਂ ਘਰ ਦੇ ਵਿੱਚ ਗਾਰਡਨਿੰਗ ਲਈ ਵਰਤੋ, ਕਾਰ ਵਾਸ਼ ਲਈ ਵਰਤੋ, ਠੀਕ ਹੈ, ਫਰਸ਼ ਧੋਣ ਲਈ ਵਰਤੋ। ਮਤਲਬ ਇਹ ਹੈ ਕਿ ਜੇ ਮਾਤਾ ਪਿਤਾ ਕਰਨਗੇ ਤਾਂ ਬੱਚੇ ਉਹਨਾਂ ਨੂੰ ਦੇਖ ਕੇ ਹੀ ਸਿੱਖਣਗੇ। ਸ਼ੁਰੂਆਤ ਮਾਤਾ ਪਿਤਾ ਨੂੰ ਕਰਨੀ ਪਏਗੀ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਕਿਸ ਤਰ੍ਹਾਂ ਸਿਲੇਬਸ ਦੇ ਵਿੱਚ ਪੜਾਇਆ ਜਾਵੇ ਇਸ ਚੀਜ਼ ਨੂੰ? ਸਿਲੇਬਸ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਠੀਕ ਹੈ, ਸੁਪਰੀਮ ਕੋਰਟ ਦੇ ਆਰਡਰ ਹੋਏ ਤਾਂ ਭਾਰਤ ਦੇ ਵਿੱਚ এনवायरमेंट ਐਜੂਕੇਸ਼ਨ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ, ਜਦ ਕਿ ਇਹ ਬਹੁਤ ਪੁਰਾਣੇ ਸਮੇਂ ਦੇ ਵਿੱਚ ਸਾਡੇ ਗੁਰੂਕੁਲਾਂ ਦੇ ਵਿੱਚ ਚੱਲਦੀ ਆ ਰਹੀ ਸੀ। ਬਿਲਕੁਲ ਸਹੀ ਹੈ,
ਵੈਸਟਰਨ ਕਲਚਰ ਅਡਾਪਟ ਦੇ ਨਾਲ ਸਾਡਾ ਸਿਸਟਮ ਸਾਰਾ ਡਿਸਟਰਬ ਹੋ ਗਿਆ। ਠੀਕ ਹੈ, ਉਸ ਨੂੰ ਦੁਬਾਰਾ ਰਿਵਾਈਵ ਕਰਨ ਲਈ ਸਾਨੂੰ ਫਿਰ ਪੁਰਾਣੇ ਕਲਚਰ ਨੂੰ ਅਡਾਪਟ ਕਰਨਾ ਪਏਗਾ, ਫਿਰ ਹੀ ਅਸੀਂ ਸਰਵਾਈਵ ਕਰ ਸਕਾਂਗੇ। ਦਿਖਾਵਾ ਛੱਡ ਕੇ ਸਾਦਗੀ ਵੱਲ ਆਉਣਾ ਹੀ ਪੈਣਾ ਹੈ। ਸਾਦਗੀ ਵੱਲ ਆਉਣਾ ਪਏਗਾ। ਹੁਣ ਘਰ ਦੇ ਵਿੱਚ ਵੀ ਅਸੀਂ ਸਾਦੇ ਰਹਿ ਕੇ ਚੱਲੀਏ, ਜੀ, ਪਰ ਜ਼ਿਆਦਾ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਖਾਣ ਵਾਲੇ ਪਦਾਰਥ ਜਿਹੜੇ ਸੀਗੇ, ਫੂਡ ਸੀਗੇ, ਠੀਕ ਹੈ, ਹੈਲਦੀ ਹੁੰਦੇ ਸੀਗੇ। ਜੀ 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 ਅੱਜ ਤੁਸੀਂ ਦੇਖ ਲਓ ਫਾਸਟ ਫੂਡ ਆ ਗਏ, ਠੀਕ ਹੈ, ਜਿੰਨੇ ਜ਼ਿਆਦਾ ਫਾਸਟ ਫੂਡ ਖਾਓਗੇ ਉਨੀਆਂ ਜ਼ਿਆਦਾ ਬਿਮਾਰੀਆਂ ਲੱਗਣਗੀਆਂ। ਸਭ ਕੁਝ ਨਕਲੀ ਹੋ ਗਿਆ ਜੀ, ਸਭ ਕੁਝ ਨਕਲੀ, ਆਰਟੀਫਿਸ਼ਲ ਹੈ। ਆਰਟੀਫਿਸ਼ਲ ਹੈ। ਠੀਕ ਹੈ, ਢਿੱਡ ਭਰ ਲਓਗੇ ਲੇਕਿਨ ਉਹਦਾ એનર્ਜੀ ਨਹੀਂ ਆਉਣੀ, એનર્ਜੀ ਨਹੀਂ ਆਣੀ, ਤਾਕਤ ਨਹੀਂ ਆਉਣੀ। ਸਹੀ ਠੀਕ ਗੱਲ ਹੈ। ਹੈ। ਇਸੇ ਕਾਰਨ ਹੁਣ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਫਿਰ ਉਹ ਆਪਣਾ ਤਰੀਕਾ ਬਦਲ ਰਹੀਆਂ ਨੇ। ਮਤਲਬ ਇਹ ਹੈ ਕਿ ਸਕੂਲ ਤੇ ਕਾਲਜ ਦੇ ਸਿਲੇਬਸ ਦੇ ਵਿੱਚ ਹਾਈ ਕੋਰਟ ਦੀ ਰੂਲਿੰਗ ਦੇ ਮੁਤਾਬਿਕ ਇਹ ਚੀਜ਼ਾਂ ਸਮਝਾਉਣੀਆਂ ਜ਼ਰੂਰੀ ਜ਼ਰੂਰੀ ਜੋ ਸਾਡੇ ਗੁਰੂਕੁਲ ਦਾ ਹਿੱਸਾ ਕਿਸੇ ਵਕਤ ਰਹੀਆਂ। ਰਹੀਆਂ ਨੇ। ਗਵਰਨਮੈਂਟ ਕੀ ਐਕਟ ਬਣਾ ਰਹੀ ਹੈ, ਕੀ ਪਾਲਿਸੀਜ਼ ਬਣਾ ਰਹੀ ਹੈ? ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਹਰੇਕ ਪਰਸਨ ਲਈ, ਜੀ, ਠੀਕ ਹੈ, ਪਾਲਿਸੀਜ਼ ਅਡਾਪਟ ਕੀਤੀਆਂ ਜਾਂਦੀਆਂ ਨੇ, ਪ੍ਰੋਪਰ ਫੋਲੋ ਹੋ ਜਾਣ ਤਾਂ ਉਹ ਸਾਡੇ ਲਈ ਬੈਨੀਫੀਸ਼ੀਅਲ ਨੇ। ਜੀ ਜੀ ਬਿਲਕੁਲ, ਠੀਕ ਹੈ, ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਬੈਨੀਫੀਸ਼ੀਅਲ ਲਈ, ਪਰ ਪਾਲਿਸੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੋਣੀ ਚਾਹੀਦੀਆਂ ਕਿ ਜ਼ਰੂਰਤ ਅਨੁਸਾਰ ਉਹਦੇ ਵਿੱਚ ਅਮੈਂਡਮੈਂਟ ਹੋ ਸਕੇ ਏਰੀਆ ਵਾਈਜ਼, ਕਿਉਂਕਿ ਹਰੇਕ ਜਗ੍ਹਾ ਦੇ ਉੱਤੇ ਸਾਨੂੰ ਕਲਾਈਮੇਟ ਇੱਕੋ ਜਿਹਾ ਨਹੀਂ ਮਿਲਦਾ। ਹਾਂਜੀ ਬਿਲਕੁਲ ਸਹੀ ਹੈ। ਠੀਕ ਹੈ, ਹਿਲੀ ਏਰੀਆ 'ਚ ਚਲੇ ਜਾਓ ਕਲਾਈਮੇਟ ਫਰਕ ਹੈ, ਪਲੇਨ ਮੈਦਾਨੀ ਭਾਗ 'ਚ ਅਲੱਗ ਹੋਏਗਾ, ਹਾਂਜੀ। ਸਮੁੰਦਰਾਂ ਸਾਈਡ ਚਲੇ ਜਾਓ, ਤਟੀ ਖੇਤਰ ਨੇ, ਉੱਥੇ ਤੁਹਾਨੂੰ ਮੋਇਸਚਰ ਮਿਲੇਗਾ। ਜੀ ਜੀ ਠੀਕ ਹੈ, ਸੇਮ ਐਕਟ ਇੱਕ ਜਗ੍ਹਾ ਦੇ ਉੱਤੇ ਜਿਹੜੇ ਬਣ ਗਏ ਉਹ ਹਰੇਕ ਜਗ੍ਹਾ ਦੇ ਉੱਤੇ ਲਾਗੂ ਨਹੀਂ ਹੁੰਦੇ। ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਕਿ ਅਕੋਰਡਿੰਗ ਟੂ ਰੀਜ਼ਨ ਤਬਦੀਲੀ ਕੀਤੀ ਜਾ ਸਕੇ। ਜੀ ਜੀ ਔਰ ਤਾਂ ਹੀ ਉਹ ਪ੍ਰੋਪਰ ਲਾਗੂ ਹੋ ਸਕਦੇ ਹੈ ਔਰ ਹਰੇਕ ਵਿਅਕਤੀ ਨੂੰ ਫੋਲੋ ਕਰਨੇ ਚਾਹੀਦੇ। ਔਰ ਕਈ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ NGOs ਕਹਿੰਦੇ ਹਾਂ ਔਰ ਜੋ ਸੇਵਾਵਾਂ ਦੇ ਰਹੀਆਂ ਨੇ ਉਹਨਾਂ ਦਾ ਤਾਲਮੇਲ ਔਰ ਲੋਕਾਂ ਦਾ ਤਾਲਮੇਲ, ਕਿਉਂਕਿ ਜਦੋਂ ਤੱਕ ਪਬਲਿਕ ਸ਼ਮੂਲੀਅਤ ਨਹੀਂ ਕਰਦੀ ਉਦੋਂ ਤੱਕ ਕੋਈ ਵੀ ਪਾਲਿਸੀ, ਕੋਈ ਵੀ ਐਕਟ, ਕੋਈ ਵੀ ਕੰਮ ਕਾਮਯਾਬ ਨਹੀਂ ਹੋ ਸਕਦਾ। ਡੈਮੋਕ੍ਰੇਸੀ ਹੈ, ਸਰਕਾਰ ਦੇ ਨਾਲ ਪਬਲਿਕ ਨੂੰ ਮਿਲ ਕੇ ਤੁਰਨਾ ਹੀ ਪੈਣਾ ਹੈ, ਤਾਂ ਹੀ ਕਾਮਯਾਬੀ ਮਿਲਣੀ ਹੈ। ਤਾਂ ਫਿਰ ਪਬਲਿਕ ਕੀ ਕਰੇ, ਕਿੱਦਾਂ ਤਾਲਮੇਲ ਬਣਾਵੇ? ਹੁਣ ਇਸ ਦੇ ਲਈ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ NGOs ਨੇ, ਹਾਂਜੀ, ਜਿਹੜੀਆਂ ਕੰਮ ਕਰ ਰਹੀਆਂ ਨੇ। ਬਿਲਕੁਲ ਠੀਕ ਹੈ, ਉਹਨਾਂ ਦਾ ਕੰਮ ਠੀਕ ਵੀ ਹੈ, ਪਰ ਕਈ ਵਾਰੀ ਫੰਡ ਨਾ ਹੋਣ ਕਾਰਨ ਕੰਮ ਰੁਕ ਜਾਂਦੇ ਆ। ਸਰਕਾਰੀ ਫੰਡ ਨਹੀਂ ਹੁੰਦੇ ਤਾਂ ਉਹ ਆਪ ਫੰਡ ਜਨਰੇਟ ਕਰਦੇ ਆ ਜੀ, ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾਂਦੀ ਹੈ। ਠੀਕ ਹੈ, ਮੈਂ ਵੀ 4-5 ਜਿਹੜੀਆਂ NGOs ਨੇ ਉਹਨਾਂ ਦੇ ਨਾਲ ਜੁੜਿਆ ਹੋਇਆ। ਹਾਂਜੀ, ਕਈ ਵਾਰੀ ਅਸੀਂ ਵੀ ਫੰਡ ਇਕੱਠਾ ਆਪਣੇ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਮ ਲੋਕਾਂ ਨੂੰ ਅਵੇਅਰਨੈਸ ਦਿੰਦੇ ਆ। ਸਕੂਲਾਂ ਕਾਲਜਾਂ ਦੇ ਵਿੱਚ ਈਕੋ ਕਲੱਬ ਬਣਾਏ ਗਏ ਨੇ। ਠੀਕ ਹੈ, ਈਕੋ ਕਲੱਬ ਦੇ ਵਿੱਚ ਹਰੇਕ ਵਿਅਕਤੀ ਨੂੰ, ਚਾਹੇ ਉਹ ਸਾਇੰਸ ਪੜ੍ਹ ਰਿਹਾ ਹੈ ਜਾਂ ਆਰਟਸ ਪੜ੍ਹ ਰਿਹਾ ਹੈ, ਉਸ ਨੂੰ ਬੇਸਿਕ ਦੱਸਿਆ ਜਾਂਦਾ ਹੈ ਕਿ ਸਾਡਾ ਵਾਤਾਵਰਨ ਕੀ ਹੈ, ਇਸ ਦੀ ਅਸੀਂ ਕਿਸ ਤਰ੍ਹਾਂ ਸੰਭਾਲ ਕਰਨੀ ਹੈ। ਜੀ ਜੀ ਫਿਰ ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਈਕੋ ਕਲੱਬ ਨੇ, NSS ਯੂਨਿਟ ਨੇ, NCC ਹੈ ਜਾਂ ਯੂਥ ਕਲੱਬ ਨੇ। ਠੀਕ ਹੈ, ਉਹਨਾਂ ਦੇ ਵਿੱਚ ਵੀ ਡਿਫਰੈਂਟ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਜੀ 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 ਸੈਮੀਨਾਰ ਹੁੰਦੇ ਨੇ, ਪੋਸਟਰ ਕੰਪੀਟੀਸ਼ਨ ਨੇ। ਜੀ 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 ਮਤਲਬ ਅਸੀਂ ਜਾਗਰੂਕ ਕਰ ਰਹੇ ਹਾਂ, ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇੱਕ ਪ੍ਰੋਫੈਸਰ ਸਾਹਿਬ, ਹਾਂਜੀ, ਜਾਗਰੂਕ ਜਿਹੜਾ ਹੈਗਾ ਉਹ ਪਰ ਇੱਕ ਦਿਨ ਨਹੀਂ ਹੋਣਾ ਚਾਹੀਦਾ, ਹਾਂਜੀ, ਸਾਨੂੰ ਰੋਜ਼ ਕਰਨਾ ਚਾਹੀਦਾ। ਹਰ ਰੋਜ਼ ਧਰਤ ਦਿਵਸ ਹਰ ਮਨਾਈਏ, ਰੋਜ਼ ਅਸੀਂ ਮਨਾਈਏ, ਤਾਂ ਹੀ ਅਸੀਂ ਆਪਣੇ ਟਾਰਗੇਟ ਤੇ ਪਹੁੰਚ ਸਕਦੇ ਹਾਂ, ਤਾਂ ਕਿ ਹਰ ਰੋਜ਼ ਉਹਦਾ ਅਭਿਆਸ ਹੁੰਦਾ ਰਹੇ। ਅਭਿਆਸ ਹੁੰਦਾ ਰਹੇ। ਇੱਕ ਜੋ ਸਭ ਤੋਂ ਵੱਡਾ ਕਾਰਨ ਸਮਝਿਆ ਜਾਂਦਾ ਹੈ ਇਕਨੋਮੀ, ਕਿ ਅਸੀਂ ਇੱਕ ਇਦਾਂ ਦੀ ਇਕਨੋਮੀ, ਅਰਥ ਵਿਵਸਥਾ ਬਣਾ ਲਈ ਹੈ ਕਿ ਜੇ ਅੱਗੇ ਜਾਈਏ ਤਾਂ ਧਰਤੀ ਦਾ ਨੁਕਸਾਨ ਹੈ, ਵਾਤਾਵਰਣ ਦਾ ਨੁਕਸਾਨ ਹੈ, ਜੇ ਪਿੱਛੇ ਆਈਏ ਤਾਂ ਸਭ ਕੁਝ ਤਬਾਹ ਹੋ ਜਾਣਾ, ਇਕਨੋਮੀ ਖਤਮ ਹੋ ਜਾਣੀ, ਅਸੀਂ ਜੀਵਾਂਗੇ ਕਿੱਦਾਂ? ਮਤਲਬ ਅਸੀਂ ਦੋ ਚਿੱਤੀ 'ਚ ਫਸੇ ਹੋਏ ਹਾਂ। ਇਹ ਦੋ ਚਿੱਤੀ ਸਾਨੂੰ ਕਿੱਥੇ ਲੈ ਕੇ ਜਾਏਗੀ? ਮਾਰਕੀਟ ਕਿੱਦਾਂ ਜਾਗਰੂਕ ਹੋਵੇ ਤਾਂ ਕਿ ਉਹ ਇਸ ਚੀਜ਼ ਨੂੰ ਧਿਆਨ 'ਚ ਰੱਖੇ ਕਿ ਆਪਣਾ ਫਾਇਦਾ ਨਹੀਂ, ਨਾਲ ਧਰਤੀ ਦਾ ਫਾਇਦਾ ਵੀ ਦੇਖਣਾ, ਆਉਣ ਵਾਲੀ ਪੀੜ੍ਹੀ ਦਾ ਫਾਇਦਾ ਵੀ ਦੇਖਣਾ ਹੈ। ਸੋ ਇਕਨੋਮੀ ਨੂੰ ਕਿੱਦਾਂ ਸੰਭਾਲੀਏ ਤਾਂ ਕਿ ਇੱਕ ਸੰਤੁਲਨ ਬਣ ਸਕੇ? ਸੰਤੁਲਨ ਤਾਂ ਹੀ ਬਣੇਗਾ ਜੇ ਅਸੀਂ ਟਿਕਾਊ ਵਿਕਾਸ ਦਾ ਪ੍ਰੋਸੈਸ ਲੈ ਕੇ ਚੱਲਾਂਗੇ, ਜਿਹਦੇ ਵਿੱਚ 3R ਪ੍ਰਿੰਸੀਪਲ। 3R ਪ੍ਰਿੰਸੀਪਲ ਉਹ ਕੀ ਨੇ? ਅਡਾਪਟ, ਰੀਯੂਜ਼, ਰਿਪੇਅਰ, ਰੀਸਾਈਕਲ। ਠੀਕ ਹੈ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਇਰਨ ਸਕ੍ਰੈਪ ਹੈ,
ਠੀਕ ਹੈ। ਅਸੀਂ ਪਹਿਲਾਂ ਲੋਹਾ ਲਿਆ, ਲੋਹੇ ਤੋਂ ਪ੍ਰੋਡਕਟ ਬਣਾਇਆ, ਹਾਂਜੀ ਠੀਕ ਹੈ। ਜਦੋਂ ਪ੍ਰੋਡਕਟ ਦੀ ਜ਼ਰੂਰਤ ਨਹੀਂ ਹੈ ਤਾਂ ਉਸ ਨੂੰ ਅਸੀਂ ਸਕ੍ਰੈਪ ਕਰ ਦਿੱਤਾ। ਹੁਣ ਸਕ੍ਰੈਪ ਦੇ ਵਿੱਚ ਕੀ ਹੈ, ਉਹ ਦੁਬਾਰਾ ਸਕ੍ਰੈਪ ਜਦੋਂ ਇੰਡਸਟਰੀ ਦੇ ਵਿੱਚ ਜਾਏਗਾ ਉਹਦਾ ਨਵਾਂ ਪ੍ਰੋਡਕਟ ਬਣ ਜਾਏਗਾ, ਹਾਂਜੀ ਔਰ ਉਸ ਦਾ ਨਵਾਂ ਪ੍ਰੋਡਕਟ ਜਿਹਦਾ ਉਹਦੀ ਕਾਸਟ ਘੱਟ ਹੋਏਗੀ, ਹਾਂਜੀ ਕਿਉਂਕਿ ਪਹਿਲਾਂ ਆਲਰੇਡੀ ਉਹ ਪ੍ਰੋਸੈਸ ਹੋ ਕੇ ਪ੍ਰੋਡਕਟ ਬਣ ਚੁੱਕਿਆ ਸੀਗਾ। ਜੀ ਜੀ ਦੁਬਾਰਾ ਬਣਾਇਆ ਤਾਂ ਉਸ ਦੇ ਉੱਤੇ એનર્ਜੀ ਦੀ ਵੀ ਘੱਟ ਵਰਤੋਂ ਹੋਈ, ਦੂਜਾ ਕਾਸਟ ਘੱਟ ਪੈਂਦੀ ਹੈ, ਹਰੇਕ ਨੂੰ ਆਸਾਨੀ ਨਾਲ ਮਿਲ ਸਕਦਾ। ਸਿਮਿਲਰ ਅਸੀਂ ਦੇਖਦੇ ਹਾਂ ਜਿਹੜਾ ਸਾਡਾ ਪੇਪਰ ਹੈ, ਜੀ ਪੇਪਰ ਵੀ ਰੀਸਾਈਕਲ ਹੋ ਸਕਦਾ, ਠੀਕ ਹੈ। ਜ਼ਿਆਦਾਤਰ ਅਸੀਂ ਕੀ ਕਰਦੇ ਹਾਂ, ਇੱਕ ਸਾਈਡ ਲਿਖੀ, ਲਿਖ ਕੇ ਪਾੜ ਕੇ ਸੁੱਟ ਦਿੱਤਾ। ਸੁੱਟ ਦਿੱਤੀ, ਜਦ ਕਿ ਉਹਦੀ ਦੂਜੇ ਸਾਈਡ ਅਸੀਂ ਯੂਜ਼ ਕਰੀਏ। ਅਗਰ ਅਸੀਂ ਯੂਜ਼ ਕਰਨ ਦੀ ਆਦਤ ਪਾਵਾਂਗੇ ਤਾਂ ਹੀ ਸਾਨੂੰ ਦੇਖ ਕੇ ਦੂਜੇ ਵਰਤੋਂ 'ਚ ਲੈ ਕੇ ਆਣਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਇਸੇ ਆਦਤ ਨੇ ਕਿੰਨਾ ਕੁਝ ਖਤਮ ਕਰ ਦਿੱਤਾ ਹੈ। ਕਈ ਪ੍ਰਜਾਤੀਆਂ ਸਾਡੇ ਪੰਛੀਆਂ ਦੀਆਂ, ਜੀਵਾਂ ਦੀਆਂ ਔਰ ਜਾਨਵਰਾਂ ਦੀਆਂ ਲੁਪਤ ਹੋ ਚੁੱਕੀਆਂ ਨੇ। ਕਈ ਦਰਖਤ ਅੱਜ ਕੱਲ ਨਹੀਂ ਮਿਲਦੇ, ਦਰਖਤਾਂ ਦੀਆਂ ਔਰ ਬੂਟਿਆਂ ਦੀਆਂ ਜਾਤੀਆਂ ਲੁਪਤ ਹੋ ਚੁੱਕੀਆਂ ਲੁਪਤ ਹੋ ਗਈਆਂ। ਹੁਣ ਕਿੱਕਰ ਦੇਖੋ, ਅੱਗੇ ਪੰਜਾਬ 'ਚ ਕਿੱਕਰ ਮਿਲਦੀ ਸੀ, ਜੀ ਜੀ ਠੀਕ ਹੈ, ਕਿੱਕਰ ਦੀ ਦਾਤਣ ਕਰਦੇ ਸੀਗੇ, ਲਸੂੜਾ, ਲਸੂੜਾ, ਠੀਕ ਹੈ। ਉਹ ਅੱਜ ਤੁਸੀਂ ਦੇਖ ਲਓ ਕਿਸੇ ਵੀ ਸੜਕ ਦੇ ਕਿਨਾਰੇ ਤੁਹਾਨੂੰ ਨਹੀਂ ਮਿਲੇਗੀ। ਅੱਗੇ ਨਹੀਂ ਤਾਂ ਆਮ ਪਿੰਡਾਂ ਵੱਲ ਜਾਓ ਤਾਂ ਤੁਹਾਨੂੰ ਮਿਲ ਜਾਂਦੀਆਂ ਸੀਗੀਆਂ। ਔਰ ਬੰਗਾਲ ਟਾਈਗਰ ਪ੍ਰੋਜੈਕਟ ਇਸੇ ਚੀਜ਼ ਨੂੰ ਲੈ ਕੇ ਕਿ ਕਿਤੇ ਚੀਤੇ ਵੀ ਖਤਮ ਨਾ ਹੋ ਜਾਣ। ਹਾਂ, ਕਿਉਂਕਿ ਟਾਈਗਰ ਪ੍ਰੋਜੈਕਟ ਹੈ, ਫਿਰ ਵੇਲ ਪ੍ਰੋਜੈਕਟ ਹੈ, ਠੀਕ ਹੈ, ਇਸੇ ਤਰ੍ਹਾਂ ਕਰੋਕੋਡਾਈਲ ਪ੍ਰੋਜੈਕਟ ਹੈ। ਕਿੰਨੇ ਹੀ ਪ੍ਰੋਜੈਕਟ ਜਿਹੜੇ ਸਟਾਰਟ ਕੀਤੇ ਗਏ ਨੇ ਤਾਂ ਕਿ ਸਾਡੀਆਂ ਜਾਤੀਆਂ ਜਿਹੜੀਆਂ ਨੇ ਅਲੋਪ ਨਾ ਹੋਣ। ਜੀ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਤਕਰੀਬਨ 10% ਜਿੰਨੀਆਂ ਜਾਤੀਆਂ ਨੇ ਉਹਦਾ 10% ਜਾਤੀਆਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਨੇ। ਜੀ ਉਹ ਜਾਤੀਆਂ ਅਲੋਪ ਹੋ ਰਹੀਆਂ ਨੇ, ਰੇਅਰ ਨੇ, ਗਿਣਤੀ ਇੰਨੀ ਜ਼ਿਆਦਾ ਘਟ ਗਈ ਹੈ, ਜੇ ਉਹਨਾਂ ਦੀ ਸੰਭਾਲ ਨਾ ਹੋਈ ਤਾਂ ਉਹ ਧਰਤੀ ਤੋਂ ਖਤਮ ਹੋ ਜਾਣਗੀਆਂ, ਅਲੋਪ ਹੋ ਜਾਣਗੀਆਂ। ਸਿਰਫ ਉਹ ਸਾਨੂੰ ਪਿਕਚਰਾਂ ਦੇ ਵਿੱਚ ਨਜ਼ਰ ਆਣਗੀਆਂ, ਔਰ ਇਹ ਉਹ ਕਿਤਾਬਾਂ ਦੇ ਉੱਤੇ ਨਜ਼ਰ ਆਣਗੀਆਂ। ਜਦ ਕਿ ਸਾਨੂੰ ਚਾਹੀਦਾ ਹੈ ਕਿ ਆਪਣੀ ਜਿਹੜੀ ਸਰੋਤਾਂ ਦੀ ਸੰਭਾਲ ਕਰੀਏ। ਮਤਲਬ ਮੈਂ ਮਾਰਕੀਟ ਦੇ ਨਜ਼ਰੀਏ ਨਾਲ ਕਹਾਂ ਤੇ ਇਹ ਕੋਈ ਸ਼ੇਅਰ ਮਾਰਕੀਟ ਨਹੀਂ ਹੈ ਕਿ ਅੱਜ ਅਪ ਹੈ ਤੇ ਡਾਊਨ ਹੋ ਕੇ ਪੂਰਾ ਨੁਕਸਾਨ ਤੇ ਫਾਇਦਾ ਇੱਕ ਸੰਤੁਲਨ ਤੇ ਆ ਜਾਏਗਾ। ਇਹ ਤੇ ਜੇ ਇੱਕ ਵਾਰੀ ਚਲੀ ਗਈ ਤਾਂ ਦੁਬਾਰਾ ਨਹੀਂ ਮਿਲਣੀ, ਕਿਉਂਕਿ ਜਨਰੇਟ ਹੋਣ ਲਈ ਹਜ਼ਾਰਾਂ ਸਾਲ ਦਾ ਟਾਈਮ ਲੱਗ ਜਾਂਦਾ ਹੈ, ਕਿਉਂਕਿ ਧਰਤੀ ਨੂੰ ਡਿਵੈਲਪ ਹੋਣ ਲਈ ਵੀ ਹਜ਼ਾਰਾਂ ਲੱਖਾਂ ਸਾਲ ਲੱਗੇ ਹੈ, ਤਾਂ ਹੀ ਇਹਦੇ ਵਿੱਚ ਡਿਵੈਲਪਮੈਂਟ ਹੋਈ ਹੈ। ਜੀ ਇਹਦੇ ਵਿੱਚ ਇੱਕ ਪੁਆਇੰਟ ਆਉਂਦਾ ਹੈ ਕਿ ਕਿਸੇ ਸ਼ਾਇਰ ਨੇ ਲਿਖਿਆ ਹੈ ਜਿਹੜੀਆਂ ਅਸੀਂ ਸਰਹੱਦਾਂ ਬਣਾ ਰੱਖੀਆਂ ਨੇ, ਕਿਉਂਕਿ ਜ਼ਮੀਨ ਹੈ, ਜ਼ਮੀਨ ਦੇ ਉੱਤੇ ਲਾਈਨਾਂ ਖਿੱਚਣ ਨਾਲ ਦੇਸ਼ ਬਣ ਜਾਂਦੇ ਨੇ, ਕਿਉਂਕਿ ਸਾਡੀ ਸੋਚ ਹੈ। ਸੋ ਪੰਛੀਆਂ ਦੇ ਬਾਰੇ ਉਹਨੇ ਲਿਖਿਆ ਹੈ ਕਿ ਸਰਹੱਦ ਬਣਾ ਦਿੱਤੀ ਅਸੀਂ तो सरहद क्या है बंटवारा है, उड़ते पंछी कहते हैं इधर भी इंसान रहते हैं उधर भी इंसान रहते हैं, तो इंसान मिलके इस धरती ਨੂੰ ਸੰਭਾਲਣ। ਇਹਦੇ ਵਿੱਚ ਸਰਹੱਦਾਂ ਨਹੀਂ ਆਉਣੀਆਂ ਚਾਹੀਦੀਆਂ ਕਿ ਤੁਹਾਡਾ ਦੇਸ਼ ਤੇ ਮੇਰਾ ਦੇਸ਼, ਸਾਰੇ ਮਿਲ ਕੇ ਕਰੀਏ ਇਸ ਕੰਮ ਨੂੰ, ਤਾਂ ਹੀ ਕਾਮਯਾਬੀ ਮਿਲਣੀ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਈ ਕੰਟਰੀ ਇਦਾਂ ਦੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਿ ਉਹ ਆਪਣੀ ਇੰਡਸਟਰੀ ਜਿਹੜੀ ਹੈ ਬਾਰਡਰ ਤੇ ਲਗਾ ਦਿੱਤੀ ਕਿ ਪੋਲੂਸ਼ਨ ਜਿਹੜਾ ਹੈਗਾ ਦੂਜੇ ਕੰਟਰੀ ਚਲਾ ਜਾਏ, ਡੰਪ ਕੀਤਾ ਉੱਥੇ। ਹੁਣ ਵੇਸਟ ਜਿਹੜੀ ਹੈਗੀ ਹੈ, ਠੀਕ ਹੈ, ਤੁਸੀਂ ਇਲੈਕਟ੍ਰੋਨਿਕ ਵੇਸਟ, ਜੀ ਜੀ ਠੀਕ ਹੈ, ਇੱਕ ਅਜਿਹੀ ਵੇਸਟ ਆ ਗਈ ਹੈ ਜਿਹੜੀ ਸਾਡੇ এনवायरमेंट ਨੂੰ ਇੰਨੀ ਜ਼ਿਆਦਾ ਪੋਲੂਟ ਕਰ ਰਹੀ ਹੈ, ਕਿਉਂਕਿ ਇਹਦੇ ਵਿੱਚ ਕੈਮੀਕਲ ਵੀ ਨੇ, ਐਡੀਟਿਵ ਨੇ, ਕਈ ਕੁਛ ਹੈ ਜਿਹੜਾ ਮੋਬਾਈਲ, ਕੰਪਿਊਟਰ ਯੂਜ਼ ਐਂਡ ਥਰੋ ਅਸੀਂ ਕਰ ਰਹੇ। ਬਿਲਕੁਲ ਸਹੀ ਹੈ, ਜਿਹੜੇ ਦੁਬਾਰਾ ਵਰਤੇ ਜਾ ਸਕਦੇ ਸੀ ਪਰ ਅਸੀਂ ਯੂਜ਼ ਐਂਡ ਥਰੋ ਕਰਕੇ ਹਜ਼ਾਰਾਂ ਟਨ ਵੇਸਟ ਜਿਹੜੀ ਆ ਉਹ ਪਾਇਲ ਕਰ ਦਿੱਤੀ ਹੈ। ਦੇਖੋ ਧਰਤੀ ਹੈ, ਧਰਤੀ ਨੇ ਇੱਕ ਸਮੇਂ ਦੇ ਉੱਤੇ ਇਹ ਫੈਸਲਾ ਲਿੱਤਾ ਕਿ ਮੇਰੇ ਉੱਤੇ ਇਨਸਾਨ ਖੇਡੇ, ਇਨਸਾਨ ਨੂੰ ਜਨਮ ਧਰਤੀ ਨੇ ਦਿੱਤਾ। ਅੱਜ ਇਨਸਾਨ ਇਹ ਫੈਸਲਾ ਕਰ ਰਿਹਾ ਕਿ ਧਰਤੀ ਰਹਿਣੀ ਚਾਹੀਦੀ ਹੈ ਕਿ ਨਹੀਂ ਰਹਿਣੀ ਚਾਹੀਦੀ। ਹਾਲਾਂਕਿ ਇਨਸਾਨ ਇਸ ਕਾਬਿਲ ਨਹੀਂ ਹੈ ਕਿ ਇਹ ਫੈਸਲਾ ਲਏਗਾ। ਕੁਦਰਤ ਨੂੰ ਜਿਹੜਾ ਇਹ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੁਹਾਨੂੰ ਨਹੀਂ ਲੱਗਦਾ ਇਹੀ ਗਲਤੀਆਂ ਦਾ ਨਤੀਜਾ ਹੈ ਜੋ ਸਾਹਮਣੇ ਆ ਰਿਹਾ? ਸੇਮ, ਕਿਉਂਕਿ ਅਸੀਂ ਪਿਛਲੇ ਸਮੇਂ ਤੋਂ ਹੀ ਦੇਖ ਰਹੇ ਹਾਂ। ਹਾਂਜੀ, ਠੀਕ ਹੈ, ਹਰ ਸਦੀ ਦੇ ਵਿੱਚ ਅਜਿਹੇ ਸਾਲ 2 ਸਾਲ ਆਏ ਜਿੱਥੇ ਮਹਾਮਾਰੀ ਨੇ ਆ ਕੇ ਪਾਪੂਲੇਸ਼ਨ ਨੂੰ ਰਿਡਿਊਸ ਕੀਤਾ। ਇਹ ਮੇਰਾ ਹੰਕਾਰ ਨਹੀਂ ਹੈ ਕਿ ਐਡੀ ਵੱਡੀ ਸ੍ਰਿਸ਼ਟੀ 'ਚ ਮੈਂ ਵੱਡਾ ਆਦਮੀ ਹੋ ਸਕਦਾ, ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੇ ਜਿਹੇ ਘਰ ਦੇ ਛੋਟੇ ਜਿਹੇ ਕਮਰੇ 'ਚ ਬਹਿ ਕੇ, ਕਦੀ ਵੀ ਨਹੀਂ ਹੋ ਸਕਦਾ। ਇਹ ਮੇਰਾ ਹੰਕਾਰ ਬੋਲਦਾ ਪਿਆ ਹੈ। ਸੋ ਇਸ ਹੰਕਾਰ ਕਰਕੇ ਹੀ ਉਸਨੇ ਇਸ ਸਾਰੇ ਦੀ ਸਾਰੀ ਵਿਪਤਾ ਖੜੀ ਕੀਤੀ ਹੈ, ਆਪਣੇ ਵਾਸਤੇ ਵੀ ਦੂਜਿਆਂ ਵਾਸਤੇ ਵੀ। ਸੋ ਅੱਜ ਜੋ ਧਰਤ ਦਿਵਸ ਅਸੀਂ ਮਨਾ ਰਹੇ ਹਾਂ, ਇਹਦੇ ਉੱਤੇ ਮੈਂ ਸ਼ੁਰੂਆਤ ਵਿੱਚ ਕਿਹਾ ਕਿ ਇੱਕ ਬੱਚਾ ਕਹਿੰਦਾ ਹੈ ਮੈਂ ਚੰਦਰਮਾ ਦੇ ਉੱਤੇ, ਚੰਨ ਦੇ ਉੱਤੇ ਘਰ ਬਣਾਉਣਾ ਹੈ।
ਬਾਕੀ ਗ੍ਰਹਿਾਂ ਤੇ ਵੀ ਅੱਜ ਅਸੀਂ ਜਾ ਰਹੇ ਹਾਂ, ਪਰ ਧਰਤੀ ਦੇ ਉੱਤੇ ਤਾਂ ਰਹਿਣਾ ਹੀ ਨਹੀਂ ਆਇਆ, ਤੇ ਬਾਕੀ ਥਾਂ ਤੇ ਜਾ ਕੇ ਅਸੀਂ ਕੀ ਕਰਨਾ? ਨਹੀਂ, ਬਾਕੀ ਜਗ੍ਹਾ ਦੇ ਉੱਤੇ ਤੁਸੀਂ ਜਾਓਗੇ, ਉੱਥੇ ਤੁਹਾਨੂੰ ਫਿਜ਼ੀਬਿਲਿਟੀ ਮਿਲੇਗੀ ਤਾਂ ਹੀ ਤੁਸੀਂ ਰਹੋਗੇ, ਜੀ ਜੀ। ਨਹੀਂ ਤਾਂ ਆਰਟੀਫੀਸ਼ੀਅਲ ਤਰੀਕੇ ਨਾਲ ਰਹਿਣਾ ਪਏਗਾ। ਉਹੀ ਅਸੀਂ ਧਰਤੀ ਦੇ ਉੱਤੇ ਕਰ ਰਹੇ ਹਾਂ। ਹਾਂਜੀ। ਠੀਕ ਹੈ, ਗੁਰਤਾਕਰਸ਼ਣ ਨਹੀਂ ਮਿਲੇਗੀ। ਜਿਹੜੀ ਧਰਤੀ ਦੇ ਉੱਤੇ ਗੁਰਤਾਕਰਸ਼ਣ ਹੈ, ਆਕਸੀਜਨ ਹੈ, ਪਾਣੀ ਹੈ, ਠੀਕ ਹੈ, ਜਿਹੜੀ ਬੇਸਿਕ ਨੀਡ ਹੈ, ਅਗਰ ਤੁਹਾਨੂੰ ਦੂਸਰੇ ਪਲੈਨਟ ਤੇ ਮਿਲਣੀ ਹੀ ਨਹੀਂ ਹੈ, ਤੁਸੀਂ ਉੱਥੇ ਜਾ ਕੇ ਕੀ ਕਰੋਗੇ? ਚਾਹੇ ਮੰਗਲ ਤੇ ਚਲੇ ਜਾਓ। ਹਾਂਜੀ ਹਾਂਜੀ। ਠੀਕ ਹੈ, ਬੇਸਿਕ ਨੀਡ ਤੁਹਾਨੂੰ ਚਾਹੀਦੀਆਂ ਨੇ ਤਾਂ ਹੀ ਤੁਸੀਂ ਸਰਵਾਈਵ ਕਰੋਗੇ। ਕਈ ਲੋਕ ਕਹਿੰਦੇ ਨੇ ਕਿ ਇਹ ਤਾਂ ਐਵੇਂ ਗੱਲਾਂ ਕਰੀ ਜਾਂਦੇ ਨੇ, ਪਰ ਮੰਨ ਲਿਆ ਕਿ ਅਸੀਂ ਐਵੇਂ ਗੱਲਾਂ ਕਰਦੇ ਹਾਂ, ਪਰ ਜੇ ਗੱਲਾਂ ਸੱਚ ਹੋਈਆਂ ਫਿਰ, ਔਰ ਇਹ ਗੱਲਾਂ ਸੱਚ ਹਨ ਕਿਉਂਕਿ ਇਹ ਵਿਗਿਆਨਿਕ ਤੱਥ ਨੇ, ਇਸ ਕਰਕੇ ਇਹਨੂੰ ਸਮਝਣਾ ਚਾਹੀਦਾ ਹੈ। ਤੁਸੀਂ ਕੁਝ ਜਾਂਦੇ ਜਾਂਦੇ ਸਾਡੇ ਬੱਚਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਜੋ ਛੋਟੇ ਛੋਟੇ ਬੱਚੇ ਸਾਡੇ ਦਰਸ਼ਕ ਨੇ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਕਿਉਂਕਿ ਆਉਣ ਵਾਲਾ ਸਮਾਂ ਉਹਨਾਂ ਦੇ ਹੱਥ 'ਚ ਹੈ ਤੇ ਨੌਜਵਾਨ ਪੀੜ੍ਹੀ ਦੇ ਹੱਥ 'ਚ। ਹੁਣ ਇਹ ਵੀ ਹਰੇਕ ਪਰਸਨ, ਚਾਹੇ ਉਹ ਛੋਟਾ ਬੱਚਾ ਹੈ ਜਾਂ ਘਰ ਦਾ ਕੋਈ ਵੀ ਮੈਂਬਰ ਹੈ, ਜੀ ਠੀਕ ਹੈ, ਉਸ ਨੂੰ ਚਾਹੀਦਾ ਹੈ ਕਿ ਧਰਤੀ ਨੂੰ ਬਚਾਉਣ ਲਈ ਕੰਮ ਕਰੇ। ਜੀ। ਠੀਕ ਹੈ, ਪਲਾਂਟੇਸ਼ਨ ਕਰੇ, ਰਿਸੋਰਸ ਦੀ ਘੱਟ ਤੋਂ ਘੱਟ ਵਰਤੋਂ ਕਰੇ, ਜ਼ਰੂਰਤ ਅਨੁਸਾਰ ਕਰੇ। ਠੀਕ ਹੈ, ਦੂਸਰਾ ਇਹ ਹੈ प्रोडक्ट ਉਹ ਲਏ ਜਿਹਦੀ ਜ਼ਰੂਰਤ ਹੈ, ਦੂਸਰਾ प्रोडक्ट ਪਰਚੇਜ ਨਾ ਕਰੇ। ਜੀ, ਔਰ ਜ਼ਿੰਦਗੀ ਦੀ ਸਹੀ ਵਰਤੋਂ ਕਰੇ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸੇਧ ਦਿੱਤੀ, ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।